वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। हाँ जी निजर साहब आ जाओ। मैं चार होर थोड़ी। हाँ जी बस शुरू कर दें जी। माइक बंद कर दो जी अपने। भूपिंदर जी, भूपिंदर संधू। वाहिगुरू जी का खालसा वाहिगुरू जी की फतेह। आज आपने वाहिगुरू जी का खालसा वाहिगुरू जी की फतेह। ਅੱਜ ਆਪਾਂ ਜਿਹੜੀ ਉੱਥੋਂ ਲੈਣਾ ਜੀ ਆਪਣੇ ਮੁੰਦਾ ਸੰਤੋਖ ਸਰਮਪਤ ਝੋਲੀ। ਇਸ ਤੋਂ ਪਹਿਲਾਂ ਆਪਾਂ ਨੇ ਜਿਹੜਾ ਹੈਗਾ ਸੋਦਰ ਉਹ ਦਰ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਜਿਹੜਾ ਦਰ ਖੋਲ੍ਹਣਾ ਹੈ ਉਹ ਦਰ ਦੇ ਬਾਰੇ ਆਪਾਂ ਨੇ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ। ਇਸ ਤੋਂ ਬਾਅਦ ਮਹਾਰਾਜ ਜਿਹੜੇ ਹੈਗੇ ਹੁਣ ਇਸ ਤੋਂ ਗਾਹਾਂ ਗਿਆਨ ਦੇ ਰਹੇ ਆਪਾਂ ਨੂੰ। अंग 6 और नंबर ਜਿਹੜਾ ਹੈਗਾ 28ਵਾਂ ਨੰਬਰ ਹੈਗਾ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਬੂਤ। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਆਪਾਂ ਨੂੰ ਜੋਗੀ ਜਿਹੜੇ ਹੈਗੇ ਆ ਜਿਹੜੇ ਪਰਮਾਤਮਾ ਦੇ ਰਸਤੇ ਤੇ ਚੱਲਣਾ ਚਾਹੁੰਦੇ ਆ ਪਰ ਜਿਹੜੇ ਹੈਗੇ ਚੱਲ ਨਹੀਂ ਪਾਉਂਦੇ। ਆ ਕਿਸੇ ਦਾ ਮਾਈਕ ਖੁੱਲਾ ਹੈ ਜੀ, ਇੱਕ ਸੈਕਿੰਡ। ਭੁਪਿੰਦਰ ਸੰਧੂ ਫਿਰ ਖੁੱਲ ਗਿਆ ਜੀ। ਇਹਦੇ ਵਿੱਚ ਜਿਹੜੇ ਜੋਗੀ ਹੁੰਦੇ ਆ ਉਹ ਦੁਨੀਆ ਤੋਂ ਤਾਂ ਜਿਹੜੇ ਹੈਗੇ ਵਿਰਕਤ ਹੋ ਜਾਂਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਖੇਡ ਜਿਹੜੇ ਇਹ ਮਾਲਕ ਨੇ ਪਰਮਾਤਮਾ ਨੇ ਜਿਹੜਾ ਹੈਗਾ ਇਹ ਟਰੈਪ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਇਹ ਮਾਇਆ ਜਿਹੜੀ ਹੈ ਛਲ ਜਿਹੜਾ ਹੈਗਾ ਇਹ ਹੀ ਖੇਡ ਪਾਈ ਹੋਈ ਆ। ਤੇ ਉਹਦੇ ਵਾਸਤੇ ਜਿਹੜੇ ਹੈਗੇ ਉਹ ਜੋ ਕਰਦੇ ਆ ਮੁੰਦਾ ਪਾ ਲੈਂਦੇ ਆ, ਹੋਰ ਜਿਹੜੀ ਆ ਖਿੰਥਾ ਪਾ ਲੈਂਦੇ ਆ, ਵਿਭੂਤੀ ਲਾ ਲੈਂਦੇ ਆ। ਤੇ ਇਹਦੇ ਵਿੱਚ ਮਹਾਰਾਜ ਨੇ ਕਿਹਾ ਉਹਨਾਂ ਦੇ ਹੀ ਸਾਧਨਾਂ ਨੂੰ ਲੈ ਕੇ ਮਹਾਰਾਜ ਨੇ ਦੱਸਿਆ ਵੀ ਕਾਹਦੀਆਂ ਮੁੰਦਾ ਪਾਉਣੀਆਂ ਆ, ਕਿਹੀ ਜੀ ਪਾਤਰ ਤੇਰਾ ਕਿਹੋ ਜਿਹਾ ਹੋਣਾ ਚਾਹੀਦਾ, ਭਿਕਸ਼ਾ ਦਾ ਤੇਰੀ ਜਿਹੜੀ ਹੈਗੀ ਵਿਭੂਤੀ ਕਾਹਦੀ ਲਾਉਣੀ ਆ, ਸੁਆਹ ਕਾਹਦੀ ਮਲਣੀ ਆ, ਤੇ ਸਾਰੀਆਂ ਤੇਰੀ ਗੋਦੜੀ ਕਿਹੜੀ ਹੋਣੀ ਚਾਹੀਦੀ ਆ, ਤੇ ਤੇਰੇ ਕੋਲ ਡੰਡਾ ਕਿਹੜਾ ਹੋਣਾ ਚਾਹੀਦਾ ਹੈ, ਤੇਰੀ ਜੁਗਤੀ ਕਿਹੜੀ ਹੋਣੀ ਚਾਹੀਦੀ ਆ, ਤੇਰਾ ਪੰਥ ਕਿਹੜਾ ਹੋਣਾ ਚਾਹੀਦਾ ਹੈ। ਇਹ ਸਾਰਾ ਆਪਾਂ ਨੂੰ ਮਹਾਰਾਜ ਜਿਹੜੇ ਹੈਗੇ ਜਿਹੜਾ ਰਸਤਾ ਜਿਹੜਾ ਹੈਗਾ ਲਿਵ ਵਾਲਾ ਰਸਤਾ ਜਿਹੜਾ ਹੈਗਾ ਉਹਦੇ ਬਾਰੇ ਜਿਹੜੇ ਹੈਗੇ ਆਪਾਂ ਨੂੰ ਸਾਰੇ ਦੇ ਸਾਰੇ ਜੋਗੀਆਂ ਦੇ ਉਹਦੇ ਪਰਥਾਏ ਬੋਲ ਕੇ ਆਪਾਂ ਨੂੰ ਗਿਆਨ ਦੇ ਰਹੇ। ਮੁੰਦਾ ਸੰਤੋਖ ਕਹਿੰਦੇ ਮੁੰਦਾ ਤਾਂ ਤੂੰ ਪਾ ਪਰ ਸੰਤੋਖ ਦੀਆਂ ਮੁੰਦਾ ਪਾ, ਤੇਰੇ ਅੰਦਰ ਸੰਤੋਖ ਰਹੇ ਹਰ ਟਾਈਮ, ਸੰਤੋਖ ਦੇ ਵਿੱਚ ਰਹੇ। ਜੋ ਮਾਲਕ ਨੇ ਦਿੱਤਾ ਹੈ ਉਹਦੇ ਵਿੱਚ ਸਬਰ ਰੱਖੇ ਔਰ ਪਰਮੇਸ਼ਰ ਦੇ ਰਸਤੇ ਦੇ ਉੱਤੇ ਵੀ ਜੋ ਵੀ ਮਾਲਕ ਦੇ ਰਿਹਾ ਹੈ ਜੋ ਵੀ ਦਾਤ ਮਿਲ ਰਹੀ ਆ ਤੇ ਉਹਨੂੰ ਸਬਰ ਰੱਖੇ, ਉਹਦੇ ਵਾਸਤੇ ਕਾਲਾ ਨਾ ਵਗੇ, ਕਾਲਾ ਨਾ ਪਏ। ਸ਼ਰਮਪਤ ਝੋਲੀ ਕਹਿੰਦੇ ਸ਼ਰਮ ਕਹਿੰਦੇ ਆ ਮਿਹਨਤ, ਕਹਿੰਦੇ ਨਾ ਸ਼ਰਮ ਮੰਤਰੀ, ਸ਼ਰਮ ਕਹਿੰਦੇ ਮਿਹਨਤ। ਸੰਤੋਖ ਦੀਆਂ ਮੁੰਦਰਾਂ ਹੋਣ ਤੇ ਪਾਤਰ ਤੇਰਾ ਜਿਹੜਾ ਹੈਗਾ ਪਾਤਰ ਤੇ ਝੋਲੀ ਤੇਰੀ ਕਾਹਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਭਿਕਸ਼ਾ ਪਾਉਣੀ ਆ, ਕਹਿੰਦੇ ਉਹ ਪਾਤਰ ਤੇਰੀ ਮਿਹਨਤ ਦਾ ਹੋਣਾ ਚਾਹੀਦਾ ਭਾਈ, ਉਹ ਪਾਤਰ ਮਿਹਨਤ ਦਾ ਹੋਣਾ ਚਾਹੀਦਾ ਹੈ, ਸ਼ਰਮ ਦਾ ਹੋਣਾ ਚਾਹੀਦਾ ਹੈ। ਇਸ ਤੇ ਮਿਹਨਤ ਕਰਨੀ ਪਊਗੀ। ਇਹ ਰਸਤੇ ਦੇ ਉੱਤੇ ਜਿਹੜਾ ਹੈਗਾ ਮਿਹਨਤ ਕਰਨੀ ਆ। ਮੁੰਡਾ ਡੇਲੀ ਜਿਹੜਾ ਹੈਗਾ ਆਨ ਦਿਨ ਜਿਹੜਾ ਹੈਗਾ ਭਗਤੀ ਕਰਨੀ ਆ, ਧਿਆਨ ਸਿਮਰਨ ਹਰ ਰੋਜ਼ ਕਰਨਾ ਹੈ।
मुंदा संतोख सरम पत झोली, ध्यान की करें विभूत। और विभूति केड़ी लाउणी है? कहंदे ध्यान दी विभूति लाउणी है भाई, सुआ ध्यान दी मलनी है। जिदन तू से ध्यान नहीं लाया सुआ नहीं मली तू। खिंथा काल कुंवारी काया जुगत डंडा प्रतीत। कहंदे खिंथा जिहड़ी गोदड़ी कादी आ? कहंदे काल। हमेशा याद रख बई तू लिमिटेड टाइम वास्ते आया, तेरी उम्र फिक्स हैगी, तेरे श्वास गिने मिने हैगे। काल तेरे सिर दे उत्ते, हमेशा मौत नूं याद रख। इन्ने टाइम दे विच ही आउटपुट कढनी आ, पता नहीं कल केड़ा कल चढ़ना है कि नहीं चढ़ना। हम आदमी हैं एकदमी, मोहलत मौत न जाना। नानक बिनवै तिस सिरेवो जाके जी पराना। कुंवारी काया जुगत, जुगत का दिया जुगती की हैगी? कहंदे काया नूं बचाउणा है भाई, अपने आप नूं बचाउणा है, कुंवारा रखना है, ਇਹਦੇ अवगुणा तो बचाउणा है, मैल तो बचाउणा है, ये विषय विकारां तो बचाउणा है जिन्ना क बच सकदा है। डंडा प्रतीत, प्रतीत परमेश्वर दे उत्ते प्रतीत होए, ये गुरु दे उत्ते प्रतीत होए, ज्ञान दे उत्ते प्रतीत होए, पूरा प्रतीत भरोसा पूरा होए, भावना होए भगती दी, ये डंडा होए तेरे हथ दे विच। जे प्रतीत हैगी ते इहदे नाल जिहड़ा हैगा रस्ते दे विच, रस्ते ते चलण लगे तैनूं जिहड़े हैगे होर जिहड़े सप सपोड़िए, होर रस्ते दे जिहड़े जानवर जां होर दरिया जिहड़े डंडा हुंदा जोगियां दे कोल, वो डंडे नाल टो लैंदे आ। कहंदे ओह प्रतीत दा डंडा होए तेरे कोल। आई पंथी सगल जमाती। कहंदे एक हुण तेरा जोगियां दा जिहड़ा फिरका है ना, तैनूं मैं ना 12 फिरके दे जोगियां दे हैगे, जिन्हां दे विच सारियां तो उपरला आई पंथी हैगा। कहंदे तैनूं मैं आई पंथी जिहड़ा सब तो उपरले फिरके च लैके जाना है, सब तो उपरला फिरका आया, सब तो आई पंथी की सगल जमाती। सारियां दे नाल मेल जोड़ के रहना है, सारे आप किसे नूं जिहड़ा हैगा नीवा नहीं समझना, सारियां दे नाल मिल के रहना है। सगल जमाती मने जीत है जग जीत, और अपने मन नूं जितना हैगा, मन नूं जिहड़ा हैगा जितना है। मन ने विषय विकारां वाल भजना है, मन नूं रोकना है, और मन नूं ध्यान सिमरन दे द्वारा जिहड़ा हैगा मन रुकूगा, मन दे विच ताकत आउणी है। ज्यों-ज्यों ਇਹਨੂੰ विचलित करने वाले मन नूं जिहड़ा हैगा, मन नूं जिहड़ा हैगा मन नूं डाइवर्ट करने वाले जिहड़े हैगे ये विचार हैगे, अपने विचारां नूं जिहड़ा हैगा ध्यान सिमरन दे नाल विचार जिहड़े हैगे आ, ये जिहड़ियां पटल दे उत्ते चित्त दे उत्ते जिहड़ियां पतंगां आउंदियां आ, इन्हां दे नाल आपां अपनी डोर सुरत दी डोर नहीं जोड़दे। इहनूं कहंदे आ मन जीता है जग जीत। कहंदे इस तरीके दे नाल ये जग, ये दुनिया, ये खेत, ये संसार जिथे तेनू भेजिया है यात्रा करने वास्ते, ये माया दे नाल टक्कर करने वास्ते, रिंग दे विच घोल करने वास्ते, इस तरीके दे नाल ये जग जित्या जाता है। आदेश तिसे आदेश, आदेश कहंदे नमस्कार सलाम। कहंदे उस मालक परमात्मा नूं सलाम करनी है, नमस्कार करना है, ओदी भगती करनी है, उस दी किसी होर मूर्ति दी, होर किसी दी, किसी इंसान दी, किसी दी पूजा नहीं करनी। आदेश तिसे आदेश, केड़ा आद, जिहड़ा आद तो हैगा, किहदी आद तो? सृष्टि दी आद तो, जद दी दुनिया बनी आ आद तो मालक परमात्मा हैगा, इहदे विच ही हैगा। अनील, अनील कहंदे आ बिल्कुल पवित्र। आद अनील, अनाद, अनाद कहंदे आ ज्यादा सृष्टि नहीं सीगी, उस तो पहला भी सीगा वो मालक परमात्मा, सृष्टि दे आद तो पहला भी सीगा वो। अनाहत, ओदियां कोई हद्दां नहीं हैगियां, अनाहत। और वो जिहड़ा हैगा वो मालक परमात्मा दा जिहड़ा हैगा नाद, वो कोई बजाउंदा नहीं हैगा, आटोमैटिकली अंदर अपने वजदा है, सारी सृष्टि दे विच वज रहा है उस मालक परमात्मा दा। ओदी जीवन रो सारी सृष्टि चल रही है। जुग जुग एको वेश, वो मालक परमात्मा जुगां जुगां तो वो मालक परमात्मा इक्को जिहा हैगा।
ਪਹਿਲਾਂ ਵੀ ਹੈ ਸੀਗਾ, ਹੁਣ ਵੀ ਹੈਗਾ ਔਰ ਗਾਹਾਂ ਵੀ ਰਹੂਗਾ। ਹਾਂਜੀ ਵੀਰ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਮੁੰਦਾ ਸੰਤੋਖ ਦੀਆਂ ਮੁੰਦਰਾਂ ਤੇ ਮਿਹਨਤ ਦੀ ਪਾਤਰ ਤੇ ਝੋਲੀ। ਉਹਨਾਂ ਕੋਲ ਖੱਪਰ ਹੁੰਦਾ ਸੀ ਜੋਗੀਆਂ ਦੇ ਕੋਲ, ਜਿਹਦੇ ਵਿੱਚ ਉਹ ਭਿਕਸ਼ਾ ਲੈ ਕੇ ਝੋਲੀ 'ਚ ਪਾ ਲੈਂਦੇ ਸੀ। ਕਹਿੰਦੇ ਉਹ ਸ਼ਰਮ ਦੀ, ਮਿਹਨਤ ਦੀ ਤੇ ਧਿਆਨ ਦੀ ਵਿਭੂਤੀ ਲਗਾ ਲਾ ਪਿਆਰਿਆ। ਹਾਂਜੀ ਹਾਂਜੀ ਵੀਰ। ਹਾਂਜੀ ਗੁਰਪ੍ਰੀਤ ਸਾਹਿਬ। ਤਾਂ ਠੀਕ ਹੈ। ਹਾਂਜੀ ਹਾਂਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬਿਲਕੁਲ ਆ ਰਹੀ ਜੀ ਠੀਕ ਹਾਂ। ਹੈ। ਹਾਂਜੀ ਹੁਣ ਸਾਧ ਸੰਗਤ ਜੀ ਇੱਥੇ ਬਾਣੀ ਜੋ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੱਲ ਜਿਹੜਾ ਹੁਕਮ ਦੀ ਗੱਲ ਕੀਤੀ ਸੀ ਹਾਂਜੀ ਕਿ ਜਦੋਂ ਆਪਾਂ ਹੁਕਮ ਮੰਨਦੇ ਹਾਂ, ਪਹਿਲਾਂ ਦੁਨੀਆ ਦੀ ਗੱਲ ਚੱਲੀ, ਫਿਰ ਹੁਕਮ ਦੀ ਗੱਲ ਚੱਲੀ ਹੈ ਨਾ। ਤੇ ਅੱਜ ਉਹ ਜਿਹੜੀ ਆ ਸੂਖਮ ਗੱਲ ਕਰ ਰਹੇ ਨੇ, ਇੱਕ ਸਾਧਕ ਦੀ ਗੱਲ ਕਰ ਰਹੇ ਨੇ ਕਿ ਇੱਕ ਸਾਧਕ ਦੀ ਮਤਲਬ ਅਵਸਥਾ ਬਾਰੇ ਦੱਸ ਰਹੇ ਨੇ ਕਿ ਸਾਧਕ ਨੂੰ ਕਿੱਦਾਂ ਦਾ ਹੋਣਾ ਚਾਹੀਦਾ, ਉਹਦਾ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਵਾ। ਇਹ ਮਤਲਬ ਬਾਈ ਪ੍ਰੋਡਕਟ ਹੈ, ਮਤਲਬ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਵੈਸੇ ਤੁਹਾਨੂੰ, ਬਟ ਉਹਨਾਂ ਨੇ ਦੱਸਿਆ ਜਿੱਦਾਂ ਆਪਾਂ ਮਤਲਬ ਜਦੋਂ ਆਪਾਂ ਉਹ ਸਾਧਨਾ ਕਰਦੇ ਹਾਂ ਤੇ ਆਟੋਮੈਟਿਕਲੀ ਹੀ ਸਾਡੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ। ਠੀਕ ਹੈ। ਤੇ ਪਹਿਲਾਂ ਉਹ ਬੋਲ ਰਹੇ ਨੇ ਮੁੰਦਾ ਸੰਤੋਖ, ਮੁੰਦਰਾਂ ਹੁੰਦੀਆਂ ਨੇ ਜਿੱਦਾਂ ਉਹ ਕਹਿੰਦੇ ਨੇ ਜੋਗੀ ਪਾਉਂਦੇ ਕੰਨਾਂ ਦੇ ਜੋਗੀਆਂ ਦੇ ਵੇਖੋ ਨਾ, ਜੋਗੀ ਲੋਕ ਕੰਨਾਂ 'ਚ ਮੁੰਦਰਾਂ ਪਾ ਕੇ ਰੱਖਦੇ ਨੇ ਹਨਾ। ਗੋਰਖਨਾਥ ਪੰਥ ਹੈ, ਜੋਗੀ ਲੋਕ ਉਹਨਾਂ ਦੇ ਨੇ। ਮਛੰਦਰ ਨਾਥ ਸੀ ਪਹਿਲਾਂ, ਫਿਰ ਜੋਗੀ, ਫਿਰ ਗੋਰਖ ਆਇਆ। ਗੋਰਖ ਨੇ ਬਹੁਤ ਇਨਫਲੂਐਂਸ ਸੀ ਉਹ ਇਨਸਾਨ ਦਾ, ਤੇ ਕਾਫੀ ਲੋਕ ਪ੍ਰਭਾਵਿਤ ਹੋਏ। ਮੁੜ ਕੇ ਫਿਰ ਹੌਲੀ ਹੌਲੀ ਘਟਦੇ ਗਏ। ਤੇ ਹੁਣ ਇਹ ਕਹਿੰਦੇ ਆ ਕਿ ਸੰਤੋਖ ਦੀਆਂ ਮੁੰਦਰਾਂ ਪਾਉਣੀਆਂ ਹਨਾ। ਬਿਲਕੁਲ। ਮਤਲਬ ਇਹ ਜਿਹੜੀਆਂ ਵੈਸੇ ਤਾਂ ਆਪਾਂ ਨਕਲੀ ਪਾ ਲੈਂਦੇ ਨਾ, ਜਿੱਦਾਂ ਆਮ ਕੰਨਾਂ 'ਚ ਪਾ ਲੈਂਦੇ, ਉਹ ਕਹਿੰਦੇ ਕਿ ਸੰਤੋਖ ਦੀਆਂ ਮੁੰਦਰਾਂ ਪਾਓ। ਇਹ ਸੇਮ ਉਹੀ ਤਰੀਕਾ ਹੀ ਆ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਕਹਿੰਦੇ ਪਾਂਡੇ ਨੂੰ ਕਿ ਜਨੇਊ, ਤੂੰ ਆਪਣੀ ਅੱਖਾਂ ਨੂੰ ਜਨੇਊ ਪਾਇਆ, ਤੂੰ ਆਪਣੇ ਹੱਥਾਂ ਨੂੰ ਪਾਉਣਾ, ਤੂੰ ਆਪਣੇ ਜਨੇਊ ਮੂੰਹ ਨੂੰ ਪਾਉਣਾ, ਤੂੰ ਆਪਣੇ ਕੰਨਾਂ ਨੂੰ ਪਾਏ ਹਨਾ। ਬਿਲਕੁਲ। ਉੱਥੇ ਵੀ ਉਹ ਮਤਲਬ ਕਹਿਣ ਤੋਂ ਭਾਵ ਉਹ ਸੁਖਮ ਦੀ ਗੱਲ ਕਰਦੇ ਨੇ। ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜਦੋਂ ਵੀ ਗੱਲ ਕਰਦੇ ਨਾ, ਬਾਹਰੀ ਘੱਟ ਗੱਲ ਕਰਦੇ ਨੇ, ਉਹ ਜ਼ਿਆਦਾ ਸੁਖਮ ਦੀ ਗੱਲ ਕਰਦੇ ਨੇ। ਔਰ ਇਸ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰਾਂਗੇ ਤੇ ਆਪਾਂ ਨੂੰ ਬਾਣੀ ਸਮਝਣ 'ਚ ਹੋਰ ਆਸਾਨੀ ਹੋਵੇਗੀ। ਠੀਕ ਹੈ। ਇਹ ਸੰਤੋਖ ਦੀ ਮੁੰਦਰਾਂ ਦੀ ਗੱਲ ਕਰਦੇ ਹੋ, ਤੇ ਸ਼ਰਮ ਤੇ ਪੱਤ ਤੇ ਝੋਲੀ, ਧਿਆਨ ਕੀ ਕਰ ਬਬੂ। ਇੱਥੇ 3-4 ਅੱਖਰ ਨੇ, ਬਹੁਤ ਵੱਡੇ ਅੱਖਰ ਨੇ। ਇੱਕ ਧਿਆਨ ਆ, ਇੱਕ ਵਿਭੂਤੀ ਆ। ਤੁਸੀਂ ਵੇਖੋਗੇ ਨਾ ਆਮ ਲੋਕ ਹੈਗੇ ਨੇ, ਉਹ ਜਾਓਗੇ ਤੇ ਉਹ ਲੋਕ ਆਪਣੇ ਸਿਰ ਤੇ ਨਾ ਉਹ ਵਿਭੂਤੀ ਮਲਦੇ ਆ, ਸਵਾਹ ਮਲ ਲੈਂਦੇ ਨਾ। ਪੂਰੇ ਪਿੰਡੇ ਤੇ ਹੀ ਮਲ ਲੈਂਦੇ ਗੁਰਕੀ ਸਾਹਿਬ, ਪੂਰੇ ਪਿੰਡੇ ਤੇ ਮਲ ਲੈਂਦੇ। ਹਾਂਜੀ ਪੂਰੇ ਪਿੰਡੇ ਤੇ ਹੀ ਮਲ ਲੈਂਦੇ ਆ ਜੋਗੀ ਲੋਕ। ਹਾਂ ਆਖਰ ਤੇ ਮੇਰੇ ਹਿਸਾਬ ਨਾਲ ਨਿੱਜਰ ਸਾਹਿਬ ਵੀ ਵਿਭੂਤੀ ਮਲ ਦਾ ਪਿੱਛੇ ਕਾਰਨ ਇਹ ਹੋਣਾ ਵਾ ਕਿ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਮਾਸਕੀਟੋ ਹੁੰਦੇ ਸੀ, ਮੱਛਰ ਹੋਣਗੇ ਰਾਈਟ। ਨਹੀਂ ਉਹ ਤਾਂ ਠੀਕ ਹੈ ਉਦੋਂ। ਹਾਂਜੀ ਉਹ ਤਾਂ ਠੀਕ ਹੈ ਗੁਰੂ ਸਾਹਿਬ। ਵਿਭੂਤੀ ਮਲਣ ਦਾ ਮੇਨ ਕਾਰਨ ਇਹ ਸੀਗਾ ਕਿ ਬਈ ਇਹ ਸਰੀਰ ਜਿਹੜਾ ਹੈਗਾ ਸਵਾਹ ਹੈਗਾ, ਮੈਂ ਸਰੀਰ ਨਹੀਂ ਹੈਗਾ, ਇਸ ਵਾਸਤੇ। ਹਾਂ ਸਵਾਦ ਹੈ। ਹਾਂ ਨਿੱਜਰ ਸਾਹਿਬ ਮੈਂ ਮਹਿਸੂਸ ਕਰਦਾ ਵਾਂ ਕਿ ਚਲੋ ਆਪਾਂ ਇੱਕ ਵੈਸੇ ਵਿਚਾਰ ਕਰਦੇ ਹਾਂ, ਸਵਾਦ ਤੇ ਮਲਦੇ ਆ ਉਸਦੇ ਕਰਕੇ, ਪਰ ਮੇਰੇ ਹਿਸਾਬ ਨਾਲ ਉਹ ਜ਼ਮਾਨੇ 'ਚ ਨਾ ਜਿੱਦਾਂ ਕੋਈ ਨਾ ਹੋ ਸਕਦਾ ਕੋਈ ਰੀਜ਼ਨ ਹੋਵੇ ਇਹਦੇ ਪਿੱਛੇ ਕਿ ਸਵਾਦ ਨੂੰ ਮਲ ਕੇ ਤੇ ਕੋਈ ਲੇਪ ਬਣਾਉਂਦੇ ਹੋਣ ਬੋਡੀ ਦੇ ਉੱਤੇ ਮਲਣ ਵਾਸਤੇ, ਜਿਹਦੇ ਕਰਕੇ ਮਸਕੀਟੋ, ਮੱਖੀਆਂ ਮੁੱਖੀਆਂ ਥੋੜੇ ਦੂਰ ਰਹਿੰਦੀਆਂ ਹੋਣਗੀਆਂ। ਹੋ ਸਕਦਾ ਇਹ ਲੋਕ ਵੇਖੋ ਨਾ ਧੂਣੀਆਂ ਵੀ ਦਿਖਾਉਂਦੇ ਸੀ ਉਦੋਂ, ਯਾਦ ਹੈ ਆਪ ਨੂੰ ਇਹ ਗੱਲ ਦਾ? ਹਾਂਜੀ ਠੀਕ ਹੈ ਜੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ। ਕੁਝ ਕਹਿ ਰਹੇ ਸੀ ਆਪ? ਨਹੀਂ ਠੀਕ ਹੈ ਜੀ, ਬਿਲਕੁਲ ਸਹੀ ਹੈ ਨਾ। ਮੈਨੂੰ ਥੋੜਾ ਜਿਹਾ ਖੋਲਣ ਦੋ, ਮੈਂ ਕਿਉਂਕਿ ਆਪਾਂ ਨਾ ਵੇਖੀ, ਆਪਾਂ ਹਰ ਇੱਕ ਨੂੰ ਵੇਖਾਂਗੇ ਨਾ ਤੇ ਉਸ ਨੂੰ ਉਹਦੀ ਨਜ਼ਰ ਤੇ ਦੇਖਾਂਗੇ ਨਾ ਤੇ ਜ਼ਿਆਦਾ ਚੰਗਾ ਲੱਗੂ। ਬਿਲਕੁਲ ਵਧੀਆ ਜੀ। ਇਹ ਨਾ ਹਾਂ ਮਸਕੀਟੋ ਉਦੋਂ ਨਾ ਮੱਛਰ ਬਹੁਤ ਹੁੰਦੇ ਸੀ ਸਾਧ ਸੰਗਤ ਜੀ, ਜੰਗਲਾਂ 'ਚ ਲੋਕੀ ਰਹਿੰਦੇ ਸੀ। ਆਪਣੇ ਕੋਲ ਨਾ ਵੈਲ ਫੈਸਿਲਿਟੀ ਨਹੀਂ ਸੀ ਉਦੋਂ, ਤੇ ਮੱਛਰ ਬਹੁਤ ਹੁੰਦੇ ਸੀ। ਮੀਂਹ ਨੂੰ ਪੈ ਜਾਣਾ, ਪਾਣੀ ਖਲੋ ਜਾਣਾ। ਤੇ ਮੈਨੂੰ ਲੱਗਦਾ ਹੈ ਕਿ ਯੋਗੀਆਂ ਦਾ ਟੈਕਨੀਕ ਹੋਊਗੀ ਤੇ ਬਾਅਦ ਚ ਉਹ ਟੈਕਨੀਕ ਨੂੰ ਜਿੱਦਾਂ ਮਤਲਬ ਜਿੱਦਾਂ ਆਪਣੇ ਵੇਖੋ ਆਪਣੀ ਜੋਤ ਨਹੀਂ ਜਿੱਦਾਂ ਜਾਂਦੀ ਜੋਤ ਆ, ਉਹ ਵੀ ਜੋਤ ਦਾ ਕੋਈ ਰੀਜ਼ਨ ਹੋਊਗਾ।
ਜੋਤ ਕਰਕੇ ਹੋ ਸਕਦਾ ਕੋਈ ਪ੍ਰਕਾਸ਼ ਪ੍ਰਕੂਸ਼ ਲਈ ਜਗਾਉਂਦੇ ਹੁਣ, ਬਾਅਦ ਚ ਆਪਾਂ ਉਸ ਚੀਜ਼ ਨੂੰ ਕੰਟੀਨਿਊ ਕਰਤਾ ਕਿਉਂਕਿ ਹੁਣ ਤੇ ਕਮਾਈ ਬੜੀ ਹੁੰਦੀ ਹੈ ਨਾ, ਇਸ ਕਰਕੇ ਗੁਰਦੁਆਰਿਆਂ ਚ ਜੋਤ ਜਗਾਉਂਦੇ ਨੇ ਲੋਕ। ਇਹ ਮਤਲਬ ਤੇਲ ਘਿਓ ਬਹੁਤ ਚੜਦਾ ਉੱਤੇ, ਬਹੁਤ ਜ਼ਿਆਦਾ ਘਿਓ ਚੜਦਾ, ਤੋਂ ਬਾਅਦ ਚ ਇਨਕਮ ਆਉਣ ਡੈ ਪੈਂਦੀ ਹੈ, ਫਿਰ ਉਹ ਫਿਰ ਕੁਝ ਹੋਰ ਗੇਮ ਘੁੰਮ ਜਾਂਦੀ ਹੈ। ਤੇ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ, ਇਹਨਾਂ ਦੇ ਪਿੱਛੇ ਸਾਇੰਟੀਫਿਕਲੀ ਕੋਈ ਰੀਜ਼ਨ ਹੁੰਦੇ ਆ। ਜਦੋਂ ਆਪਾਂ ਹੁਣ ਬਾਣੀ ਦੀ ਵਿਆਖਿਆ ਕਰ ਰਹੇ ਹਾਂ ਨਾ, ਤੇ ਉਹਦੇ ਵਿੱਚ ਆਪਾਂ ਇਹਨੂੰ ਇੱਕ ਅਲੱਗ ਦ੍ਰਿਸ਼ਟੀਕੋਣ ਨਾਲ ਵੇਖੀਏ ਤੇ ਜ਼ਿਆਦਾ ਆਪਾਂ ਨੂੰ ਸਮਝ ਆਊਗੀ। ਕੀ ਕਹਿੰਦੇ ਨੇ ਜੀ ਸਾਹਿਬ? ਹਾਂਜੀ, ਬਿਲਕੁਲ ਸਹੀ ਹੈ ਜੀ। ਹਾਂ, ਤੇ ਇੱਥੇ ਪਤਾ ਕੀ, ਹੁਣ ਵੇਖੋ ਸੰਤੋਖ ਕੋਈ ਮਾਮੂਲੀ ਲਫ਼ਜ਼ ਨਹੀਂ ਹੈਗਾ। ਇਹ ਸਬਰ ਤੇ ਸੰਤੋਖ ਜਿਹੜਾ ਹੈ ਨਾ, ਇਹ ਤੁਹਾਨੂੰ ਉਹਨਾਂ ਚਿਰ ਤੱਕ ਨਹੀਂ ਮਿਲਣਾ ਜਦ ਤੱਕ ਤੁਹਾਡਾ ਜਿਹੜਾ ਨਾ ਤੁਸੀਂ ਧਿਆਨ ਦੀ ਵਿਭੂਤੀ ਆਪਣੇ ਤੇ ਮਲਦੇ ਨਹੀਂ, ਆਪਣੇ ਪਿੰਡੇ ਤੇ। ਇੱਥੇ ਵਿਭੂਤੀ ਜਿਹੜੀ ਹੈ ਇਹ ਤੁਹਾਡੇ ਕਾਰਨ ਸਰੀਰ ਤੇ ਮਲ ਦੀ ਗੱਲ ਕਰ ਰਹੇ ਨੇ ਉਹ। ਤੇ ਜਿਹੜੀ ਆ ਜਿਹੜੀ ਝੋਲੀ, ਸ਼ਰਮ ਦੀ ਝੋਲੀ, ਝੋਲੀ ਦਾ ਮਤਲਬ ਇਹੋ ਹੀ ਆ ਕਿ ਜਿਹੜੀ ਝੋਲੀ, ਉਹਨਾਂ ਜੋਗੀਆਂ ਕੋਲ ਝੋਲੀ ਨਹੀਂ ਹੁੰਦੀ, ਫੜੀ ਫਿਰਦੇ ਆ। ਉਹ ਕਹਿੰਦੇ ਕਿ ਝੋਲੀ ਵੀ ਜਿਹੜੀ ਤੇਰੀ ਇਦਾਂ ਦੀ ਹੋਣੀ ਚਾਹੀਦੀ ਹੈ, ਮਿਹਨਤ ਕਰ, ਕੁਝ ਸ਼ਰਮ ਹੋਣੀ ਚਾਹੀਦੀ ਹੈ, ਪੱਤ ਹੋਣੀ ਚਾਹੀਦੀ ਆ। ਇਹ ਚੀਜ਼ਾਂ ਝੋਲੀ ਚ ਹੋਣੀਆਂ ਚਾਹੀਦੀਆਂ ਤੇਰੀ, ਇਹ ਗੁਣ ਨੇ ਜੇ ਸਭ। ਸ਼ਰਮ ਕਹਿ ਲਓ, ਸ਼ਰਮ ਵੀ ਆ। ਹੁਣ ਵੇਖੋ ਜਿਹਨੇ ਲਾਈ ਸ਼ਰਮ, ਤੇ ਉਹ ਸ਼ਰਮ ਵੀ ਤੇ ਜ਼ਰੂਰੀ ਹੈ ਨਾ। ਹੁਣ ਜਿਹੜੇ ਬੰਦੇ ਨੂੰ ਲਾਜ ਹੀ ਨਹੀਂ ਹੈਗੀ, ਕਿੱਡਾ ਵੱਡਾ ਗੁਣ ਹੈ ਸ਼ਰਮ। ਸ਼ਰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਿਤੇ ਸ਼ਰਮਾਈ ਜਾਣਾ। ਸ਼ਰਮ ਦਾ ਮਤਲਬ ਹੁੰਦਾ ਕਿ ਇੱਕ ਜੀਵਨ ਦੇ ਵਿੱਚ ਥੋੜੀ ਸ਼ਰਮ ਵੀ ਚਾਹੀਦੀ ਬੰਦੇ ਨੂੰ। ਬੋਲਣ ਲੱਗਿਆ, ਕੁਝ ਕਰਨ ਲੱਗਿਆ, ਆਪਾਂ ਆਂਢ ਗੁਆਂਢ ਦੀ ਸ਼ਰਮ ਕਰਦੇ ਹਾਂ ਨਾ, ਜਿਹਨੂੰ ਸ਼ਰਮ ਹੀ ਨਹੀਂ ਹੈਗੀ, ਜਿਹਨੇ ਲਾਈ ਲੋਈ ਉਹਦਾ ਕੀ ਕਰੂਗਾ ਕੋਈ? ਕੀ ਕਹਿੰਦੇ ਨੇ ਜੀ ਸਭ? ਹਾਂਜੀ ਹਾਂਜੀ। ਤੇ ਸਮਾਜਿਕ ਤੌਰ ਤੇ ਵੀ ਸ਼ਰਮ ਚਾਹੀਦੀ ਹੈ ਬੰਦੇ ਨੂੰ, ਔਰ ਜਦੋਂ ਬੰਦਾ ਸ਼ਰਮ ਲਾ ਲੈਂਦਾ ਤੇ ਫਿਰ ਤੇ ਉਹ ਫਿਰ ਗੜਬੜ ਹੋ ਜਾਂਦੀ ਨਾ। ਇਹ ਵੀ ਚਲੋ ਹੁਣ ਇਹ ਆਪਾਂ ਜਸਟ ਵੈਸੇ ਗੱਲ ਕਰਦੇ ਹਾਂ, ਬਾਣੀ ਦਾ ਮਤਲਬ ਹੋਰ ਹੈ, ਪਰ ਆਪਾਂ ਜਸਟ ਗੱਲਾਂ ਕਰਦੇ ਹਾਂ। ਧਿਆਨ ਜਿਹੜਾ ਹੈ, ਧਿਆਨ ਉਹ ਕਹਿੰਦੇ ਕਿ ਜਿੱਦਾਂ ਤੂੰ ਆਪਣੇ ਸਰੀਰ ਤੇ ਵਿਭੂਤੀ ਮਲੀ ਹੋਈ ਹੈ, ਬਿਲਕੁਲ ਸਰੀਰ ਦਾ ਹਿੱਸਾ ਨਹੀਂ ਛੱਡਿਆ, ਉਸੇ ਤੇਰਾ ਪੂਰਾ ਜਿਹੜਾ ਅੰਤਰ ਆ ਨਾ, ਉਹ ਧਿਆਨ ਦੇ ਵਿੱਚ, ਧਿਆਨ ਰੂਪੀ ਵਿਭੂਤੀ ਦੇ ਵਿੱਚ ਕਵਰ ਚਾਹੀਦਾ। ਠੀਕ ਹੈ ਨਾ ਜੀ ਸਾਹਿਬ? ਹਾਂਜੀ। ਮਤਲਬ ਤੁਹਾਡੀ ਜਿਹੜੀ ਸੁਰਤ ਆ, ਜਿਹਨੂੰ ਤੁਸੀਂ ਕਹਿੰਦੇ ਜੋ, ਉਹਨੂੰ ਅੰਦਰਲੇ ਸੂਖਮ ਸਰੀਰ ਦੀ ਗੱਲ ਕਰਦੇ ਆ ਕਿ ਤੁਹਾਡੀ ਧਿਆਨ ਦੀ ਕਰ ਵਿਭੂਤੀ, ਮਤਲਬ ਤੇਰਾ ਧਿਆਨ ਦੀ ਵਿਭੂਤੀ ਤੈਨੂੰ ਮੰਨਣੀ ਚਾਹੀਦੀ ਹੈ ਆਪਣੇ ਉੱਪਰ। ਆਪਣੇ ਉੱਪਰ ਬਾਹਰੀ ਦੀ ਵਿਭੂਤੀ ਨਹੀਂ ਗੱਲ ਕਰ ਰਹੇ, ਉਹ ਕਹਿੰਦੇ ਤੇਰੇ ਅੰਦਰ ਦੀ ਵਿਭੂਤੀ ਦੀ ਗੱਲ ਕਰਦੇ ਕਿ ਤੇਰੀ ਜਿਹੜੀ ਸੁਰਤੀ ਆ, ਉਹਦੀ ਵਿਭੂਤੀ ਇਹੋ ਹੀ ਹੈ ਕਿ ਉਹਨੂੰ ਆਤਮਾ ਤੱਤ ਚ ਲੈ ਜਾ ਧਿਆਨ ਦੇ ਨਾਲ। ਉਹਦੀ ਵਿਭੂਤੀ ਨੇ ਜਿਸ ਬੰਦੇ ਤੋਂ ਕੋਈ ਵਿਭੂਤੀ ਹੈ ਨਹੀਂ ਹੈ, ਉਹਦੀ ਵਿਭੂਤੀ ਇਹੋ ਕਿ ਆਪਣੀ ਸੁਰਤੀ ਨੂੰ ਆਤਮਾ ਤੱਤ ਚ ਇਕਾਗਰ ਕਰ ਦੇ, ਬਿਲਕੁਲ ਧਿਆਨ ਦੇ ਨਾਲ। ਹਾਂਜੀ, ਉਹੀ ਉਹਦੀ ਵਿਭੂਤੀ ਹੈ। ਕਿਉਂਕਿ ਜਦੋਂ ਅੰਦਰ ਚੱਲ ਗਈ ਹੈ ਤੇ ਫਿਰ ਇਹਨੂੰ, ਜਿੱਦਾਂ ਤੇਰੀ ਜਿਹੜੀ ਇਹ ਸਵਾਹ ਤੇਰੀ ਮਲੀ, ਜਿੱਦਾਂ ਤੈਨੂੰ ਕੀੜਿਆਂ ਮਕੌੜਿਆਂ ਤੋਂ, ਮੱਛਰਾਂ ਤੋਂ ਬਚਾਉਂਦੀ ਹੈ ਨਾ, ਜਦੋਂ ਤੇਰੀ ਸੁਰਤੀ ਨੂੰ ਵਿਭੂਤੀ ਲੱਗ ਗਈ ਧਿਆਨ ਦੀ, ਆਤਮਾ ਤੱਤ ਚ ਚੱਲ ਗਈ, ਫਿਰ ਇਹਨੂੰ ਵੀ ਕੋਈ ਚੀਜ਼ ਛੇੜੂਗੀ ਨਹੀਂ, ਆਊਗਾ ਨਹੀਂ ਛੇੜਨਗੇ। ਕਿਉਂਕਿ ਉਹ ਜ਼ਮਾਨੇ ਚ ਨਾ ਮੱਛਰ ਚਿੰਬੜ ਜਾਂਦੇ ਸੀ, ਮੱਖੀਆਂ ਮੁੱਖੀਆਂ ਆਮ ਤੁਸੀਂ ਵੇਖੋ ਨਾ, ਲੋਕੀ ਪੁਰਾਣੇ ਜ਼ਮਾਨੇ ਚ ਲੋਕੀਆਂ ਕਹਿ ਜਾਂਦੇ ਆਪਾਂ ਕਿਹਨੂੰ ਮਾੜਾ ਨਹੀਂ ਕਹਿਣਾ, ਬੱਚੇ ਧੂਣੀਆਂ ਧਪਾਉਂਦੇ। ਧੂਣੀਆਂ ਧਪਾਉਣ ਦਾ ਪਿੱਛੇ ਕਾਰਨ ਇਹੋ ਹੀ ਸੀ ਕਿ ਉਹ ਕੁੜੀਆਂ ਬਹੁਤੀਆਂ ਐਰਾ ਵਗੈਰਾ ਜੜੀਆਂ ਬੂਟੀਆਂ ਪਾ ਕੇ ਧੂੰਆਂ ਜਿਹਾ ਖਾ ਲੈਣਾ, ਉਹਦੇ ਨਾਲ ਕਿਤੇ ਜਾਨਵਰ ਦੂਰ ਰਹਿੰਦੇ ਸੀ। ਤੇ ਪਲੱਸ ਕੀ ਹੁੰਦਾ ਸੀ, ਮੱਛਰ ਮੱਖੀਆਂ ਮੁੱਖੀਆਂ ਦੀ ਡਿਸਟਰਬ ਕਰੇ। ਹੁਣ ਜਦੋਂ ਬੰਦਾ ਸਮਾਧੀ ਲੀਨ ਹੈ ਤੇ ਮੇਰੇ ਕੰਨ ਤੇ ਮੱਖੀ ਆ ਕੇ ਬਹਿ ਜਾਊਗੀ, ਤੇ ਫਿਰ ਉਹ ਮਤਲਬ ਉਹ ਡਿਸਟਰਬੈਂਸ ਹੈ। ਉਦੋਂ ਇੰਨੀ ਟੈਕਨੋਲੋਜੀ ਨਹੀਂ ਸੀ, ਘਰ ਵੀ ਕੱਚੇ ਹੀ ਸਨ, ਝੋਪੇ ਤੇ ਸਾਰੇ ਰਹਿੰਦੇ ਸੀ ਲੋਕ, ਇੰਨੀ ਕਨਵੈਂਸਰੀ। ਹੁਣ ਤੇ ਮੱਛਰਦਾਨੀਆਂ ਆ ਗਈਆਂ, ਉਦੋਂ ਮੱਛਰਦਾਨੀਆਂ ਥੋੜੀ ਨਹੀਂ ਹੈਗੀ। ਬਿਲਕੁਲ। ਸੋ ਉਹਨਾਂ ਕੋਲ ਟੈਕਨੀਕ ਸੀ। ਤੇ ਇਹ ਵਿਭੂਤੀ ਦੀ ਗੱਲ ਕਰਦੇ ਕਿ ਜਿੱਦਾਂ ਤੂੰ ਮੱਖੀਆਂ ਮੱਛਰਾਂ ਤੋਂ ਬਚਾਉਣ ਦੇ ਲਈ ਆਪਣੇ ਸਰੀਰ ਨੂੰ ਵਿਭੂਤੀ ਮਲਦਾ ਪਿਆ ਨਾ, ਇਹ ਅਸਲ ਦੇ ਵਿੱਚ ਤੈਨੂੰ ਵਿਭੂਤੀ ਮਲਣੀ ਚਾਹੀਦੀ ਧਿਆਨ ਦੀ। ਤੇ ਇਹ ਤੇਰੀ ਵਿਭੂਤੀ ਜਿਹੜੀ ਹੈ, ਇਹ ਤੇਰੀ ਸੁਰਤੀ ਨੇ ਮਲਣੀ, ਉਹਦੇ ਤੇ ਮਲੀ। ਜਦੋਂ ਵੀ ਤੇਰੀ ਸੁਰਤੀ ਧਿਆਨ ਰੂਪੀ ਵਿਭੂਤੀ ਨੂੰ ਮਲੂਗੀ ਤੇ ਫਿਰ ਇਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੀਆਂ ਮੱਖੀਆਂ ਮੱਛਰ ਨਹੀਂ ਚਿੰਬੜਨਗੀਆਂ। ਠੀਕ ਹੈ ਨਾ ਜੀ ਸਾਹਿਬ? ਹਾਂਜੀ, ਬਿਲਕੁਲ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਕਹਿੰਦੇ ਕਾਲ ਨੂੰ ਹਮੇਸ਼ਾ ਯਾਦ ਰੱਖੀ, ਕਾਲ ਨੂੰ ਓੜ ਕੇ ਰੱਖੀ, ਹਮੇਸ਼ਾ ਤੈਨੂੰ ਪਤਾ ਹੋਏ ਵੀ ਤੂੰ ਜਿਹੜਾ ਹੈਗਾ ਕਾਲ ਦੇ ਅਧੀਨ ਹੈ, ਸਮੇਂ ਦੇ ਵਿੱਚ ਹੈਗਾ ਤੂੰ। ਤੈਨੂੰ ਜਿਹੜਾ ਹੈਗਾ ਇਹ ਟਾਈਮ, ਥੋੜੇ ਟਾਈਮ ਜਿਹੜਾ ਤੈਨੂੰ ਮਿਲਿਆ ਹੋਇਆ ਟਾਈਮ ਨਿਰਧਾਰਿਤ, ਤੇ ਕੁਆਰੀ ਕਾਇਆ, ਆਪਣੀ ਕਾਇਆ ਜਿਹੜੀ ਹੈਗੀ ਇਹਨੂੰ ਗੁਨਾਹਾਂ ਤੋਂ ਪਾਕ ਰੱਖੀ, ਕੁਆਰਾ ਰੱਖੀ, ਕੁਆਰੀ ਕਾਇਆ ਗੁਨਾਹਾਂ ਤੋਂ ਪਾਕ। ਜੁਗਤ, ਇਹ ਜੁਗਤੀ ਆ, ਡੰਡਾ ਪ੍ਰਤੀਤ ਦਾ ਹੋਏ ਤੇਰੇ ਹੱਥ ਦੇ ਵਿੱਚ, ਪਰਮਾਤਮਾ ਦੇ ਉੱਤੇ ਪ੍ਰਤੀਤ ਹੋਏ, ਵਿਸ਼ਵਾਸ ਹੋਏ, ਗੁਰੂ ਦੀ ਮੱਤ ਦੇ ਉੱਤੇ ਵਿਸ਼ਵਾਸ ਹੋਏ। ਹਾਂਜੀ ਵੀਰ।
ਕਹਿੰਦੇ ਆ ਖਿੰਥਾ ਕਾਲ। ਕਹਿੰਦੇ ਗੋਦੜੀ ਜਿਹੜੀ ਹੈ ਨਾ ਉਹ ਕੌਲ ਆ, ਕਾਲ ਦੀ। ਤੇਰੇ ਕੋਲ ਜਿਹੜੀ ਖਿੰਥਾ ਨਾ, ਤੇਰੀ ਗੋਦੜੀ ਜਿਹੜੀ ਚਾਹੀਦੀ ਕਾਲ ਦੀ ਚਾਹੀਦੀ, ਤੇਰੀ ਯਾਦ ਹੋਵੇ ਮੌਤ, ਤੇਰੀ ਯਾਦ ਚਾਹੀਦੀ ਹੈ। ਫਿਰ ਕਹਿੰਦੇ ਕੁਆਰੀ ਕਾਇਆ, ਜਿੱਦਾਂ ਕਹਿੰਦੇ ਕਿ ਕੁਆਰੀ ਕੁੜੀ ਹੁੰਦੀ ਨਾ ਉਹ ਭਟਕ ਸਕਦੀ ਆ। ਮਤਲਬ ਇਹਨਾਂ ਨੇ ਇੱਕ ਦ੍ਰਿਸ਼ਟੀਕੋਣ ਵਰਤਿਆ, ਉਹਨਾਂ ਨੇ ਕੁੜੀ ਦਾ ਹੀ ਵਰਤਿਆ ਬਈ ਜਿੱਦਾਂ ਕੁੜੀ ਹੁੰਦੀ ਹੈ ਜਦੋਂ ਉੱਤੇ ਜਵਾਨੀ ਹੁੰਦੀ ਆ, ਕੁਆਰੀ ਕੁੜੀ, ਤੇ ਉਹਦੇ ਅੰਦਰ ਕਈ ਜਜ਼ਬਾਤ ਹੋ ਜਾਂਦੇ ਨੇ। ਔਰ ਉਹ ਕੀ ਕਰਦੀ, ਉਹ ਜਜ਼ਬਾਤਾਂ ਦੇ ਵੇਗ 'ਚ ਬਹਿ ਕੇ ਕਈ ਵਾਰੀ ਗਲਤ ਕਦਮ ਵੀ ਚੁੱਕ ਲੈਂਦੀ ਹੈ। ਇਹ ਅਸਲ ਦੇ ਵਿੱਚ ਜੀਵ ਇਸਤਰੀ ਨੂੰ ਸਮਝਾ ਰਹੇ, ਕਾਨੂੰ ਸਮਝਾ ਰਹੇ ਕਿ ਤੇਰਾ ਜਿਹੜਾ, ਤੇਰੀ ਜਿਹੜੀ ਕਾਇਆ ਹੈ, ਮਤਲਬ ਕੁਆਰੀ ਆ, ਇੱਕ ਕੁਆਰੀ ਔਰਤ ਦੇ ਅੰਦਰ ਇੱਕ ਫੀਲਿੰਗਸ ਹੁੰਦੀ ਆ, ਔਰ ਉਹਦੇ ਜਦੋਂ ਹਾਰਮੋਨਸ ਚੇਂਜ ਹੁੰਦੇ ਆ ਤੇ ਉਹ ਮੈਂਟਲੀ ਤੌਰ ਤੇ ਇੱਕ ਅਲੱਗ ਚੀਜ਼ ਦੀ ਫੀਲਿੰਗ ਕਰਦੀ ਹੈ। ਉਸੇ ਹੀ ਤਰ੍ਹਾਂ ਕਹਿੰਦੇ ਕਿ ਤੇਰੇ ਅੰਦਰ ਜਦੋਂ ਯੁਕਤ ਡੰਡਾ ਪ੍ਰਤੀਤ, ਤੈਨੂੰ ਡੰਡਾ ਚਾਹੀਦਾ ਯੁਕਤੀ ਦਾ, ਗਿਆਨ ਦਾ ਡੰਡਾ ਤੈਨੂੰ ਚਾਹੀਦਾ ਨਿਜਰ ਸਾਹਿਬ। ਇਹ ਕੀ ਯੁਕਤ ਡੰਡਾ ਪ੍ਰਤੀਤ, ਪ੍ਰਤੀਤ ਮਤਲਬ ਕੀ ਹੋਇਆ? ਭਰੋਸਾ। ਪ੍ਰਤੀਤ ਮਤਲਬ ਭਰੋਸਾ। ਹਾਂ, ਮਤਲਬ ਯੁਕਤੀ ਦਾ ਡੰਡਾ ਵਰਤਣਾ ਹੈ ਔਰ ਭਰੋਸਾ ਰੱਖਣਾ ਹੈ ਪਰਮਾਤਮਾ ਤੇ, ਕੋਈ ਮਾੜਾ ਕੰਮ ਨਹੀਂ ਕਰਨਾ। ਕਿਉਂਕਿ ਤੇਰੀ ਜਿਹੜੀ ਕਾਇਆ ਹੈ ਨਾ ਉਹ ਕੁਆਰੀ ਆ। ਕੁਆਰੀ ਦਾ ਮਤਲਬ ਇਹਨੂੰ ਔਗਣਾ ਨਹੀਂ ਚੰਬੜਨਾ ਵਾ, ਪਰ ਤੂੰ ਯੁਕਤ ਦਾ ਡੰਡਾ ਵਰਤੀ। ਇਹਨਾਂ ਨੂੰ ਔਗਣਾ ਨੂੰ, ਆਪਣੀ ਕਾਇਆ ਨੂੰ ਚੰਬੜਨਾ ਦਵੀਂ, ਸੰਜਮ 'ਚ ਰੱਖੀ, ਕਿਉਂਕਿ ਇਹਨਾਂ ਨੇ ਆਉਣਾ ਵਾ ਤੇਰੇ ਕੋਲ। ਕਿਉਂਕਿ ਨਿਜਰ ਸਾਹਿਬ ਤੁਹਾਨੂੰ ਪਤਾ ਹੀ ਇੰਦਰੀਆਂ ਕਿੰਨੀਆਂ ਚੰਚਲ ਨੇ ਆਪਣੀਆਂ, ਅਟਰੈਕਟ ਕਰਦੀਆਂ ਨਾ ਔਗਣਾ ਨੂੰ। ਇੱਥੇ ਜਿਹੜਾ ਡੰਡੇ ਦਾ ਮਤਲਬ, ਡੰਡੇ ਦਾ ਮਤਲਬ ਪ੍ਰੋਟੈਕਸ਼ਨ। ਡੰਡੇ ਆ ਯੁਕਤੀ ਦਾ ਡੰਡਾ, ਯੁਕਤੀ ਦਾ ਡੰਡਾ। ਹੁਣ ਕੋਈ ਦੁਸ਼ਮਣ ਹੋਵੇ ਤੇ ਮੈਂ ਤੇ ਉਹਨੂੰ ਡੰਡਾ ਡੁੰਡਾ ਮਾਰ ਕੇ ਭਜਾਊਂਗਾ ਨਿਜਰ ਸਾਹਿਬ, ਬਿਲਕੁਲ। ਕਹਿਣ ਤੋਂ ਭਾਵ ਇਹ ਡੰਡੇ ਦਾ ਮਤਲਬ ਉਹ ਕਹਿੰਦੇ ਆ ਕਿ ਡੰਡਾ ਤੂੰ ਕੁੱਤਿਆਂ ਨੂੰ ਮਾਰਨ ਵਾਸਤੇ ਰੱਖਿਆ ਆਪਣੇ ਕੋਲ। ਵੈਸੇ ਤੇ ਜਿਹੜਾ ਜੋਗੀਆਂ ਕੋਲ ਡੰਡਾ ਹੁੰਦਾ ਸੀ ਉਹ ਜਾਨਵਰਾਂ ਤੋਂ ਬਚਣ ਵਾਸਤੇ ਸੀ। ਉਹ ਬਾਅਦ ਦੇ ਵਿੱਚ ਇੱਕ ਰੀਤ ਬਣ ਜਾਂਦੀ ਆ, ਔਰ ਲੋਕੀ ਸੋਚਦੇ ਕਿ ਡੰਡਾ ਰੱਖੇ ਸ਼ਾਇਦ ਸਾਧ ਬਣ ਜਾਂਗੇ। ਉਹ ਇੱਕ ਅਲੱਗ ਸਿਚੁਏਸ਼ਨ ਆ, ਬਟ ਅਸਲ ਦੇ ਵਿੱਚ ਜਿਹੜਾ ਡੰਡਾ ਵਾ, ਡੰਡਾ ਕਾਈਂਡ ਆਫ ਡਿਫੈਂਸ ਹੈ। ਕਿ ਇਹਨੂੰ ਮਾਰ ਵੀ ਦੋਗੇ ਤੇ ਕੁੱਤਾ ਬਿੱਲੀ ਵਗੈਰਾ ਜਾਨਵਰਾਂ ਤੋਂ ਆਪਾਂ ਥੋੜਾ ਜਿਹਾ ਬਚ ਕੇ ਰਵਾਂਗੇ। ਉਦੋਂ ਜ਼ਮਾਨੇ 'ਚ ਸਾਰਿਆਂ ਦੇ ਕੋਈ ਕਿਰਪਾਨਾਂ ਥੋੜੀ ਹੁੰਦੀਆਂ ਸੀ ਲੋਕਾਂ ਕੇ, ਇਹ ਛੋਟੇ ਛੋਟੇ ਡਿਫੈਂਸਿਜ਼ਮ ਸੀ। ਕੋਈ ਸੱਪ ਸੁੱਪ ਆ ਗਿਆ ਵਗੈਰਾ, ਕੋਈ ਜੰਗਲੀ ਜਾਨਵਰ ਅਟੈਕ ਕਰੇ, ਤੇ ਕਿਉਂਕਿ ਲੋਕ ਜੰਗਲਾਂ 'ਚ ਰਹਿੰਦੇ ਸੀ, ਇਹਨਾਂ ਕੋਈ ਡਿਫੈਂਸ ਨੂੰ ਡੰਡਾ ਹੁੰਦਾ ਸੀ। ਉਹ ਕਹਿੰਦੇ ਕਿ ਯੁਕਤੀ ਦਾ ਡੰਡਾ ਜਿਹੜਾ ਹੈ ਉਹ ਮਤਲਬ ਉਹ ਉਹਨਾਂ ਤੋਂ ਆਪਣੀ ਕੁਆਰੀ ਕਾਇਆ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਇਹਨਾਂ ਦੇ ਤੇਰੀ ਕਾਇਆ ਨੂੰ ਆ ਕੇ ਚੰਬੜਨਾ ਵਾ। ਤੇਰੀ ਕੁਆਰੀ ਕਾਇਆ ਮਤਲਬ ਕਿ ਉਹਨੂੰ ਪਤਾ ਨਹੀਂ ਹੈ ਕੁੜੀ ਵੇਖੋ ਨਾ ਜਜ਼ਬਾਤ ਜਦੋਂ ਰਾਗ 'ਚ ਆ ਜਾਂਦੀ ਹੈ ਤੇ ਉਹ ਫਿਰ ਉਹ ਮਾਂ ਪਿਓ ਨੂੰ ਛੱਡ ਕੇ ਭੱਜ ਜਾਂਦੀ ਹੈ ਕਿਉਂਕਿ ਰਾਗ 'ਚ ਆ ਗਈ ਹੈ। ਇਸੇ ਹੀ ਤਰ੍ਹਾਂ ਜੀਵ ਦੀ ਗੱਲ ਕਰ ਰਹੇ ਨੇ ਕਿ ਤੇਰੀ ਜਿਹੜੀ ਕੁਆਰੀ ਕਾਇਆ ਹੈ ਉਹ ਇਹਨਾਂ ਔਗਣਾਂ ਦੇ ਵਿੱਚ ਤੂੰ ਬੈਠਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਔਰ ਇੱਥੇ ਤੇਰੇ ਕੋਲ ਇੱਕ ਡੰਡਾ ਵਾ ਤੇਰੇ ਕੋਲ। ਯੁਕਤੀ ਦੇ ਨਾਲ ਉਸ ਡੰਡੇ ਦੀ ਵਰਤੋਂ ਕਰਨੀ ਹੈ ਔਰ ਇਹਨਾਂ ਔਗਣਾਂ ਨੂੰ ਆਪਣੀ ਕਾਇਆ ਨੂੰ ਚੰਬੜ ਨਹੀਂ ਦੇਣਾ। ਔਰ ਜਿਹੜੀ ਤੇਰੀ ਕਿੰਥਾ ਕਾਲ, ਯਾਦ ਰੱਖੀ ਤੇਰੀ ਜਿਹੜੀ ਗੋਦੜੀ ਹੈ, ਗੋਦੜੀ ਦਾ ਮਤਲਬ ਕੀ ਹੈ ਨਿਜਰ ਸਾਹਿਬ? ਗੋਦੜੀ ਮਤਲਬ ਜਿਹੜਾ ਉੱਪਰ ਓੜਦੇ ਆ, ਉੱਪਰ ਲੈਂਦੇ ਆ ਕੰਬਲੀ, ਇਹ ਰੱਖਣੀ ਆ ਗੋਦੜੀ ਨੂੰ। ਕਾਲ ਦੀ ਗੋਦੜੀ ਨੂੰ ਰੱਖਣਾ, ਕਹਿਣ ਤੋਂ ਭਾਵ ਤੂੰ ਹਮੇਸ਼ਾ ਹੀ ਕਾਲ ਨੂੰ ਯਾਦ ਰੱਖਣਾ। ਇਹ ਮੇਰਾ ਸਰੀਰ ਹੈ, ਨਾਸਵਾਨ ਹੈਗਾ, ਮੈਂ ਕੋਈ ਐਸਾ ਕੰਮ ਨਹੀਂ ਕਰਾਂਗਾ ਕਿਉਂਕਿ ਐਸਾ ਕਰਮ ਮੂਲ फिर पछताई जैसा बोलो जरा। ऐसा काम मूल्य ना कीजिए चित पछताई जित, ऐसा काम मूल्य ना कीजिए जित पछताई। हाँ जी, हाँ वो कहते कि ऐसा काम ना करें क्योंकि तू कर्म कर लिया तो मुड़ के तू मेरे थोड़ी जा सकता। ये साथ संगी बड़ी वड्डी गल है। जो आप कोई कर्म कर देने हैं ना, आप मैं आत्मज्ञान किताब भी लिखी है गल, छोटा बच्चा जो पढ़ रहा है ना, ਪਹਿਲਾਂ ਕੱਚੀ ਪੈਨਸਲ ਫੜਾਈ ਜਾਂਦੀ ਹੈ, ਰਬੜ ਵੀ ਹੁੰਦੀ ਹੈ ਉਹਨੂੰ ਕਹਿੰਦੇ ਆ ਕਿ ਮਤਲਬ ਏਦਾਂ ਕਰੋ ਕਿ ਬੱਚਾ ਜੀ ਇਹਨੂੰ ਸਿੱਖ ਲਓ ਅੱਖਰਾਂ ਨੂੰ, ਇਹਨੂੰ ਮਿਟਾ ਲਿਆ ਕਰੋ। ਪਰ ਇੱਕ ਸਮਾਂ ਹੁੰਦਾ ਜਦੋਂ ਬੱਚਾ ਥੋੜਾ ਜਿਹਾ ਸੈਂਸ ਬਣਾਉਣ ਦਾ ਪੈਂਦਾ, ਸਿਆਣਾ ਹੋ ਜਾਂਦਾ, ਤੇ ਫਿਰ ਉਹਦੇ ਕੋਲ ਪੈਨਸਲ ਖੋਹ ਲੈਂਦੇ ਨੇ, ਉਹਨੂੰ ਪੈਨ ਦੇ ਦਿੰਦੇ ਨੇ। ਉਹਨੂੰ ਬੱਚੇ ਨੇ ਇਹ ਵੀ ਸਮਝਾਉਂਦੇ ਨੇ ਟੀਚਰ ਕਿ ਬੱਚੇ ਤੇ ਗੱਲ ਸੁਣ, ਹੁਣ ਤੇਰੇ ਕੋਲ ਪੈਨ ਹੈਗਾ, ਤੂੰ ਧਿਆਨ ਨਾਲ ਲਿਖੀ ਜਾਂਦੀ, ਕਿਉਂਕਿ ਜੇ ਤੂੰ ਲਿਖਦਾ ਨਾ ਉਹਨੂੰ ਮੇਟਿਆ ਨਹੀਂ ਜਾ ਸਕਦਾ। ਕੀ ਕਹਿੰਦੇ ਨਿਜਰ ਸਾਹਿਬ? ਬਿਲਕੁਲ। ਹਾਂ, ਮਤਲਬ ਇਹ ਸਾਡਾ ਵੀ ਸਿਸਟਮ ਹੈ ਕਿ ਆਪਾਂ ਜਿਹੜਾ ਕਰਮ ਕਰਦੇ ਹਾਂ ਨਾ
ਉਹਨੂੰ ਸਾਧ ਸੰਗਤ ਜੀ ਮੇਟਿਆ ਨਹੀਂ ਜਾ ਸਕਦਾ। ਔਰ ਤੁਸੀਂ ਸਾਧਕ ਹੈਗੇ ਜੋ, ਔਰ ਤੁਹਾਡਾ ਕਰਮ ਤੇ ਖਾਸ ਕਰਕੇ ਬਿਲਕੁਲ ਨਹੀਂ ਮੇਟਿਆ ਜਾਊਗਾ। ਆਪ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜਾ ਬੰਦਾ ਸਕੂਲੇ ਨਹੀਂ ਨਾ ਗਿਆ, ਉਹ ਭਾਵੇਂ ਸੌਵੇਂ ਜਿੰਨੇ ਮਰਜ਼ੀ ਉੱਠੇ, ਉਹਨੂੰ ਕੋਈ ਨਹੀਂ ਫਰਕ ਪੈਂਦਾ। ਪਰ ਜਿਹੜਾ ਸਕੂਲ 'ਚ ਐਡਮਿਸ਼ਨ ਲੈ ਲੈਂਦਾ ਜੇ ਨਾ, ਉਹ ਸਿਸਟਮ 'ਚ ਆ ਗਏ ਜੋ ਨਿੱਜਰ ਸਾਹਿਬ। ਆਪ ਮੇਰੀ ਗੱਲ ਨੂੰ ਥੋੜਾ ਧਿਆਨ ਦੇ ਰਹੇ ਜੋ ਮੈਂ ਭਲਾ ਕੀ ਕਹਿ ਰਿਹਾ। ਬਿਲਕੁਲ ਠੀਕ ਹੈ, ਵੱਡੀ ਗੱਲ ਆ। ਹਾਂ, ਜਿਹੜਾ ਬੰਦਾ ਧਰਤੀ ਤੇ ਬੈਠਾ ਨਾ, ਉਹਨੇ ਮਾਂ ਦਾ ਸਿਰ ਡਿੱਗਣਾ, ਉਹ ਤਾਂ ਥੱਲੇ ਹੀ ਆ, ਉਹਨੇ ਉਹ ਤੋਂ ਥੱਲੇ ਨਹੀਂ ਜਾ ਸਕਣਾ। ਪਰ ਤੁਸੀਂ ਗਤੀ ਕਰ ਰਹੇ ਜੋ, ਤੁਸੀਂ ਜੇ ਐਡਮਿਸ਼ਨ ਲੈ ਲਈ ਆ। ਦੇਖੋ ਹੋਰ ਮੈਂ ਸਰਲ ਕਰਦਾ, ਇੱਕ ਮੈਂ ਕਾਲੇ ਰੰਗ ਦਾ ਸੂਟ ਪਾਇਆ, ਉੱਤੇ 2-4 ਕਾਲੇ ਧੱਬੇ ਲੱਗ ਜਾਣ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਕਾਲੇ ਰੰਗ ਦਾ ਸੂਟ ਆ। ਪਰ ਜਿੰਨੇ ਚਿੱਟੇ ਰੰਗ ਦਾ ਸੂਟ ਪਾ ਲਿਆ ਨਾ, ਉਹਦੇ ਲਈ ਬੜੀ ਵੱਡੀ ਸਮੱਸਿਆ। ਦੂਰੋਂ ਦਿਖਣਾ ਕਿ ਜਦੋਂ ਸਾਧਕ ਸਾਧਨਾ ਕਰਦਾ ਹੈ ਔਰ ਉਹਦੇ ਕੋਲ ਚਿੱਟੇ ਰੰਗ ਦੇ ਸੂਟ ਆ ਜਾਂਦੇ ਆ, ਹਾਂ, ਇੱਥੇ ਫਿਰ ਕੋਈ ਗੜਬੜ ਵਾਸਤੇ ਜਗ੍ਹਾ ਨਹੀਂ ਹੈਗੀ ਜੀ। ਉਹ ਤਾਂ ਤੁਸੀਂ ਭੱਜ ਜਦੋਂ ਵੱਖਰੀ ਗੱਲ, ਭੱਜ ਫਿਰ ਤੇ ਥੱਲੇ ਬੈਠੇ ਜੋ। ਪਰ ਜੇ ਸਾਧਕ ਹੈਗੇ ਜੋ ਔਰ ਇਹਦੇ ਬਾਵਜੂਦ ਵੀ ਔਗਣ ਕਰਦੇ ਜੋ, ਇਹ ਬੜੀ ਵੱਡੀ ਗੱਲ ਹੈ। ਇਹ ਚੀਜ਼ ਨੂੰ ਹਮੇਸ਼ਾ ਹੀ ਧਿਆਨ 'ਚ ਰੱਖਣਾ ਹੈ, ਕਿਉਂਕਿ ਤੁਸੀਂ ਕਾਲਜ ਜਾ ਚੁੱਕੇ ਜੋ, ਹੁਣ ਐਡਮਿਸ਼ਨ ਹੋ ਚੁੱਕੀ ਹੈ ਤੁਹਾਡੀ। ਇਹਦਾ ਮਤਲਬ ਇਹ ਨਹੀਂ ਛੁੱਟੀਆਂ ਮਾਰ ਦੋ, 6-6 ਮਹੀਨੇ ਕਾਲਜ ਹੀ ਨਾ ਜਾਓ, ਕਿਉਂਕਿ ਰਿਜ਼ਲਟ ਖਰਾਬ ਹੋਇਆ ਨਾ ਤੁਹਾਡਾ। ਵਿਜੇ ਸਾਹਿਬ ਬਿਲਕੁਲ ਸਹੀ ਹੈ ਜੀ। ਉਹ ਐਡਮਿਸ਼ਨ ਨਹੀਂ ਲਈ ਤੇ ਗੱਲ ਵੱਖਰੀ ਹੈ, ਫਿਰ ਤੇ ਕੋਈ ਗੱਲ ਹੀ ਨਹੀਂ। ਇੱਥੇ ਆਮ ਜਾਨਵਰਾਂ ਦਾ ਜੀਵਨ ਤੇ ਵਧੀਆ ਕੀ ਹੋ ਰਿਹਾ। ਪਰ ਜਿਹੜਾ ਬੱਚਾ ਸਕੂਲੇ ਜਾਂਦਾ ਹੈ, ਜਿਹੜਾ ਐਡਮਿਸ਼ਨ ਲੈ ਲੈਂਦਾ ਹੈ, ਉਹਨੂੰ ਇੱਕ ਕ੍ਰਾਈਟੇਰੀਆ ਹੈਗਾ, ਉਹਨੂੰ ਫੋਲੋ ਕਰਨਾ ਪੈਣਾ ਵਾ। ਉਹਨੂੰ ਸੈਸ਼ਨ 'ਚ ਰਹਿਣਾ ਪਊਗਾ। ਉਹਨੂੰ ਉਹਦੇ ਜੀਵਨ ਦੇ ਵਿੱਚ ਉਹਨੂੰ ਹੋਮਵਰਕ ਮਿਲੂਗਾ, ਉਹ ਵੀ ਕਰਨਾ ਪੈਣਾ। ਟਾਈਮ ਸਿਰ ਤੇ ਉੱਠਣਾ ਪੈਣਾ, ਰੈਸਟ ਹੋਣੀ ਪੈਣੀ ਹੈ, ਫਿਰ ਤੇ ਪੜ੍ਹਨਾ ਪੈਣਾ, ਫਿਰ ਵਾਪਸ ਹੋਣਾ ਪੈਣਾ। ਉਹਦਾ ਜੀਵਨ ਪਹਿਲੇ ਵਰਗਾ ਨਹੀਂ ਰਹਿ ਜਾਏਗਾ, ਕਿਉਂਕਿ ਉਹਨੇ ਐਡਮਿਸ਼ਨ ਲੈ ਲਈ ਹੈ। ਆਤਮ ਗਿਆਨ ਦੀ ਜਿਹੜੀ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਉਸ ਬੰਦੇ ਨੇ ਜਿਹਨੇ ਐਡਮਿਸ਼ਨ ਲੈ ਲਈ ਆ, ਉਹ ਪ੍ਰੋਸੈਸ ਦੇ ਵਿੱਚ ਆ ਚੁੱਕਿਆ। ਕਾਫੀ ਵੱਡੀ ਗੇਮ ਹੈ, ਮੈਂ ਤੁਹਾਨੂੰ ਨਹੀਂ ਦੱਸਣਾ ਚਾਹੁੰਦਾ, ਸੀਰੀਅਸ ਗੇਮ ਹੈ, ਕਾਫੀ ਸੀਰੀਅਸ। ਜੇ ਤੁਸੀਂ ਹਟਣਾ ਚਾਹੁੰਦੇ ਤੇ ਹੁਣੇ ਹਟ ਜਾਓ, ਕਿਉਂਕਿ ਇਹ ਬਹੁਤ ਸੀਰੀਅਸ ਗੇਮ ਹੈ। ਇਹਦੇ ਵਿੱਚ ਇਫ ਨੋ ਯੈਸ ਜੂਸ ਵਾਲਾ ਕੰਮ ਖਤਮ ਹੋ ਚੁੱਕਿਆ, ਕਿਉਂਕਿ ਤੁਸੀਂ ਉੱਥੇ ਇੱਕ ਐਡਮਿਸ਼ਨ ਲੈ ਚੁੱਕੇ ਜੋ, ਔਰ ਉੱਥੇ ਜੇ ਤੁਸੀਂ ਪਰਫਾਰਮ ਨਹੀਂ ਕਰੋਗੇ ਤੇ ਤੁਸੀਂ ਫੇਲ ਹੋ ਜਾਓਗੇ। ਜਿਹਨੇ ਪੇਪਰ ਦੇਣੇ ਉਹਨੇ ਕਦਾ ਫੇਲ ਹੋਣਾ, ਉੱਥੇ ਬਾਹਰ ਬੈਠਾ। ਪਰ ਜਿਹੜਾ ਬੰਦਾ ਤੁਰ ਪਿਆ, ਜਿਹਨੇ ਐਡਮਿਸ਼ਨ ਲੈ ਲਈ ਹੈ, ਔਰ ਜੇ ਉਹ ਕੰਮ ਨਹੀਂ ਕਰੂਗਾ ਤੇ ਉਹ ਸਾਲ ਬਾਅਦ ਪੇਪਰ ਹੁੰਦੇ ਆ, ਉਹਨੇ ਫੇਲ ਹੋ ਜਾਣਾ। ਤੇ ਉਹ ਇੱਕ ਅਲੱਗ ਗੇਮ ਹੈ। ਠੀਕ ਹੈ ਜੀ ਸਾਹਿਬ? ਹਾਂਜੀ ਬਿਲਕੁਲ, ਬਹੁਤ ਵਧੀਆ ਜੀ। ਹਾਂ, ਦੱਸਣਾ ਜ਼ਰੂਰੀ ਹੈ, ਮੇਰਾ ਫਰਜ਼ ਬਣਦਾ ਤੁਹਾਨੂੰ। ਮੈਂ ਨਹੀਂ ਦੱਸਾਂਗਾ ਤੇ ਕਿਹਨੇ ਦੱਸਣਾ। ਬਟ ਤੁਸੀਂ ਪ੍ਰੋਸੈਸ ਦੇ ਵਿੱਚ ਆ ਚੁੱਕੇ। ਹਾਂ, ਪ੍ਰੋਸੈਸ 'ਚ ਨਹੀਂ ਹੈਗੇ ਤੇ ਗੱਲ ਵੱਖਰੀ ਹੈ। ਹੁਣ ਲੋਕ ਧਰਤੀ 'ਚ ਨੱਪਦਾ ਨਾ, ਬੱਤੀ 'ਚ ਨੱਪਦਾ, ਉਹਨੂੰ ਪੌਦਾ ਵੀ ਨਹੀਂ ਨੱਪੇ ਤੇ ਗੱਲ ਵੱਖਰੀ ਹੈ। ਪਰ ਨੱਪਦਾ ਤੇ ਉਹ ਪ੍ਰੋਸੈਸ ਸਟਾਰਟ ਹੋ ਗਿਆ, ਹੁਣ ਤੇ ਪੁੱਟ ਨਹੀਂ ਸਕਦੇ। ਹੁਣ ਉਹ ਕਹਿੰਦੇ ਉਹ ਸਹੀ ਨਹੀਂ ਹੈ, ਕਿਉਂਕਿ ਉਹਦੇ 'ਚ ਉਹ ਨਿਕਲ ਆ ਚੁੱਕਿਆ ਹੈ, ਉਹਦੇ 'ਚੋਂ ਜਿਹੜਾ ਪੌਦਾ ਪ੍ਰਗਟ ਹੋ ਚੁੱਕਿਆ ਹੈ। ਦੇਖੋ ਇੱਥੇ ਧਿਆਨ ਦੇਣਾ ਹੈ। ਤੇ ਇਹ ਨਾ ਹੋਵੇ ਕਿ ਤੁਸੀਂ ਉਹ ਆਪਣਾ ਇੱਡਾ ਸੋਹਣਾ ਪ੍ਰੋਸੈਸ ਨੂੰ ਬੰਦ ਕਰ ਦਿਓ। ਹਾਂਜੀ ਨਿਜਰ ਸਾਹਿਬ, ਅੱਗੇ ਚਲੀਏ। ਹਾਂਜੀ ਵੀਰ ਜੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਕਹਿੰਦੇ ਤੂੰ ਜਿਹੜਾ ਹੈਗਾ ਸਭ ਤੋਂ ਉੱਚਾ ਜਿਹੜਾ ਜੋਗੀਆਂ ਦਾ ਪੰਥ ਹੈ, ਉਹ ਆਈ ਪੰਥ ਹੈ। 12 ਫਿਰਕੇ ਹੈਗੇ ਜੋਗੀਆਂ ਦੇ, 12 ਹੈਗੀਆਂ ਇਹਨਾਂ ਦੀਆਂ ਕੈਟਾਗਰੀਆਂ ਅਲੱਗ-ਅਲੱਗ ਜੋਗੀਆਂ ਦੀ, ਉਹ ਅਲੱਗ-ਅਲੱਗ ਉਹਨਾਂ ਦੇ ਰੂਲਸ ਹੈਗੇ। ਤੇ ਸਭ ਤੋਂ ਉੱਚਾ ਜਿਹੜਾ ਹੈਗਾ, ਇਹਨੂੰ ਜੋਗੀ ਆਈ ਪੰਥੀ ਨੂੰ ਸਭ ਤੋਂ ਉੱਚਾ ਮੰਨਦੇ। ਕਹਿੰਦੇ ਤੇ ਤੂੰ ਜਿਹੜਾ ਹੈਗਾ ਆਈ ਪੰਥੀ ਹੈਗਾ ਆ, ਤੇ ਸਗਲ ਜਮਾਤੀ ਹੈਗਾ। ਆਇਆ ਤੇਰਾ ਪੰਥ, ਸਾਰੇ ਇੱਕ ਬਰੋਬਰ ਹੈਗੇ। ਮਾਲਕ ਪਰਮਾਤਮਾ ਦੇ ਜੀਵ ਹੈਗੇ ਸਾਰੇ ਦੇ ਸਾਰੇ, ਕੋਈ ਨੀਵਾਂ ਨਹੀਂ ਹੈਗਾ। ਤੇ ਮਨ ਜੀਤੇ ਜਗ ਜੀਤ, ਆਪਣੇ ਮਨ ਨੂੰ ਜਿੱਤਣਾ ਹੈਗਾ। ਇਹੀ ਹੈਗਾ ਸੰਸਾਰ ਦੇ ਵਿੱਚ ਜੋ ਮਾਲਕ ਨੇ ਤੈਨੂੰ ਖੇਡ ਵਾਸਤੇ ਭੇਜਿਆ ਹੈ, ਉਹ ਖੇਡ ਨੂੰ ਜਿੱਤਣਾ। ਹਾਂਜੀ ਵੀਰ। ਹਲੇ ਸ਼ੁਰੂ ਹੀ ਹੋਇਆ, ਅੱਜ ਵਾਰ ਤਾਂ ਓਨਲੀ ਬਣ ਗਏ। ਓਹੋ ਬਨਾਰਸੀ ਜੀ ਤੁਹਾਡਾ ਮਾਈਕ ਬੰਦ ਕਰ ਦੋ। ਕਾਫੀ ਦੇਰ ਹੋ ਗਈ ਸ਼ੁਰੂ ਹੋਏ ਨੂੰ। ਅੱਛਾ, ਸਾਧ ਸੰਗਤ ਜੀ, ਹਾਂਜੀ ਹੁਣ ਨਾ ਉਹ ਥੋੜੀ ਤੁਖਮ ਗੱਲ ਕਰ ਰਹੇ ਨੇ। ਆਈ ਪੰਥੀ ਸਗਲ ਜਮਾਤੀ। ਹਾਂਜੀ, ਯੋਗੀਆਂ ਦਾ ਜਿਹੜਾ ਸਭ ਤੋਂ ਉੱਚਾ ਜਿਹੜਾ ਇੱਕ ਪੰਥ ਹੈਗਾ, ਆਈ ਪੰਥ ਇੱਕ ਪੰਥ ਹੀ ਹੈ, ਹਨਾ। ਉਹ ਕਹਿੰਦੇ ਕਿ ਹੁਣ ਉਸ ਕੈਟਾਗਰੀ ਦੀ ਗੱਲ ਕਰ ਰਹੇ ਨੇ, ਉੱਚੀ ਕੈਟਾਗਰੀ। ਮਤਲਬ ਭੌਤਿਕ ਤੌਰ ਤੇ ਆਪਾਂ ਨੂੰ ਸਮਝਾਉਣਾ
ਜਿਹੜੀ ਗੱਲ ਕਰਨੀ ਉਹਨਾਂ ਨੇ, ਹਨਾ, ਸਿੰਪਲ ਭਾਸ਼ਾ ਦੇ ਵਿੱਚ। ਉਹ ਕਹਿੰਦੇ ਸਗਲ ਜਮਾਤੀ ਆ ਸਾਰੇ A to Z ਜਿਹੜੇ ਤੇਰੇ ਜਮਾਤੀ ਕਲਾਸ ਫੈਲੋ ਇਹਨਾਂ ਚ ਉਗੜ ਨਾ ਕੱਢੇ ਡੈ ਸਾਮ ਦ੍ਰਿਸ਼ਟੀ ਰੱਖੀ। ਇਹ ਨਾ ਸੋਚਣ ਡੈ ਵੀ ਕਿ ਮੈਂ ਸੁਪੀਰੀਅਰ ਆ, ਕਿ ਮੈਂ ਖਾਸ ਆ ਕੋਈ, ਕਿਉਂਕਿ ਉਹ ਵੀ ਹੋਮੇ, ਉਹ ਵੀ ਇੱਕ ਕਾਈਂਡ ਆਫ ਹੋਮੇ। ਦੇਖੋ ਸੁਕਰਾਤ ਕਹਿੰਦਾ ਸੀ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਕਾਫੀ ਵੱਡਾ ਦਾਰਸ਼ਨਿਕ ਹੈ ਬੰਦਾ, ਕਹਿੰਦਾ ਮੈਂ ਇਹ ਸੋਚਦਾ ਸੀ ਕਿ ਮੈਨੂੰ ਕਾਫੀ ਜ਼ਿਆਦਾ ਗਿਆਨ ਹੈ, ਕਿਉਂਕਿ ਲੋਕਾਂ ਦੇ ਮਸਲੇ ਹੱਲ ਕਰ ਦਿੰਦਾ ਹੁੰਦਾ। ਕਹਿੰਦੇ ਜਿੱਥੇ ਜਿੱਥੇ ਬਹਿੰਦਾ ਸੀ ਨਾ, ਉੱਥੇ ਕਿੰਨਾ ਕਿੰਨਾ ਚਿਰ ਬੈਠਾ ਹੀ ਰਹਿੰਦਾ ਹੈ, ਪੈਸੇ ਦੇ ਦੇ ਕੇ ਗਿਆਨ ਇਕੱਠਾ ਕਰੀ ਜਾਣਾ। ਬਹੁਤ ਇੰਟੈਲੀਜੈਂਟ ਬੰਦਾ ਹੈ, ਦਰਸ਼ਨਿਕ। ਉਹ ਮੂਰਤੀਆਂ ਵੀ ਬਣਾਉਂਦਾ ਸੀ। ਬਾਅਦ ਦੇ ਵਿੱਚ ਫਿਰ ਉਹਨੇ ਮੂਰਤੀਆਂ ਦੇ ਅਗੇਂਸਟ ਕੁਝ ਕੀਤਾ ਸੀ ਕਿ ਇਹਨਾਂ ਮੂਰਤੀਆਂ ਨੂੰ ਮੱਥਾ ਨਹੀਂ ਟੇਕਣਾ, ਕਿਉਂਕਿ ਇਹਨਾਂ ਲੋਕਾਂ ਨੇ ਰੱਬ ਦੀਆਂ ਮੂਰਤੀਆਂ ਬਣਾਈਆਂ ਐਰਾ ਵਗੈਰਾ ਕੁਛ ਹੈ, ਬੰਦਿਆਂ ਨੂੰ ਹੀ ਰੱਬ ਵਾਂਗੂ ਅਹੁਦੇ ਦਿੱਤੇ ਸੀ। ਉਹ ਕਹਿੰਦਾ ਕਿ ਇਹ ਨਹੀਂ ਸਹੀ। ਇਸੇ ਕਰਕੇ ਉਹਨੂੰ ਫਿਰ ਉਹਨੂੰ ਪ੍ਰੋਬਲਮ ਹੋ ਗਈ। ਉਹ ਕਹਿੰਦਾ ਕਿ ਜਦੋਂ ਮੈਂ ਵੱਡਾ ਹੋ ਗਿਆ ਤੇ ਉਹਨੂੰ ਫਿਰ ਪਤਾ ਲੱਗਾ ਕਿ ਕਹਿੰਦਾ ਕਿ ਮੈਨੂੰ ਕਾਫੀ ਚੀਜ਼ਾਂ ਦਾ ਨਹੀਂ ਪਤਾ। ਕਹਿੰਦਾ ਮੈਂ ਹੋਰ ਵੱਡਾ ਹੋਇਆ, ਮੈਨੂੰ ਕਾਫੀ ਪਤਾ ਲੱਗਾ ਕਿ ਮੈਨੂੰ ਕਾਫੀ ਜ਼ਿਆਦਾ ਚੀਜ਼ਾਂ ਦਾ ਨਹੀਂ ਪਤਾ। ਜਿਵੇਂ ਜਿਵੇਂ ਗਿਆਨ ਵਧੇਗਾ ਨਾ, ਤਿਵੇਂ ਤਿਵੇਂ ਤੁਹਾਨੂੰ ਆਪਣਾ ਗਿਆਨ ਨਜ਼ਰ ਆਵੇਗਾ। ਜਿੱਦਾਂ ਮੈਨੂੰ ਕਾਫੀ ਜ਼ਿਆਦਾ ਆਪਣੇ ਚ ਗਿਆਨ ਨਜ਼ਰ ਆਉਂਦਾ। ਕਹਿੰਦਾ ਜਦੋਂ ਮੈਂ ਮਰਨ ਲੱਗਾ ਤੇ ਕਹਿੰਦਾ ਮੈਂ ਇੱਕ ਅਗਿਆਨੀ ਆ, ਮੈਨੂੰ ਕੁਛ ਵੀ ਨਹੀਂ ਪਤਾ। ਆਪ ਜਸਟ ਸੋਚੋ, ਇਹਦਾ ਮਤਲਬ ਨਹੀਂ ਇਹਨੂੰ ਪਤਾ ਨਹੀਂ, ਉਹਨੂੰ ਪਤਾ ਵਾ, ਪਰ ਉਹ ਦੇਖੋ ਬੰਦਾ ਆਪਣੇ ਨੂੰ ਗਿਆਨੀ ਕਹਿ ਰਿਹਾ। ਆ ਦੇਖਿਆ ਨੀ ਗੁਰਬਾਣੀ ਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਨੂੰ ਨੀਚ ਕਹਿੰਦੇ ਨੇ, ਕਈ ਵਾਰੀ ਕੁਛ ਕਹਿ ਦਿੰਦੇ ਨੇ। ਕਿਉਂ ਕਹਿੰਦੇ ਨੇ? ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਦੀ ਪਿਓਰਿਟੀ ਦੇ ਗਾੜੀ ਸਾਡੀ ਪਿਓਰਿਟੀ ਕੁਛ ਵੀ ਨਹੀਂ ਹੈਗੀ। ਬਿਲਕੁਲ। ਉੱਥੇ ਇੱਥੇ ਦੇਖੋ ਉਹ ਕਹਿੰਦੇ ਆ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਉਹ ਵੇਖੋ ਕਿਹੜੀ ਗੱਲ ਕਰਦੇ ਨੇ, ਉਹ ਤੇ ਅਗਲ ਜਮਾਤੀ ਦੀ ਗੱਲ ਤੇ ਕਰ ਰਹੇ ਨੇ। ਉਹ ਅਸੀਂ ਨਹੀਂ ਚੰਗੇ, ਜੇ ਮੈਂ ਚੰਗਾ ਕਹੀ ਜਾਊਂ ਆਪਣੇ ਆਪ ਨੂੰ ਤੇ ਫਿਰ ਤੇ ਗੜਬੜ ਹੋ ਗਈ। ਕਿਉਂਕਿ ਇਹ ਸੰਸਾਰ ਜਿਹੜਾ ਇੱਕ ਜਮਾਤ ਹੈ ਪਰਮਾਤਮਾ ਦੀ, ਔਰ ਇਹ ਸਾਰੇ ਜੋ ਵੀ ਕਰ ਰਹੇ ਨੇ, ਇਹਨਾਂ ਜਦੋਂ ਆਪਾਂ ਇਹਨਾਂ ਨੂੰ ਕਹਿੰਦੇ ਨੇ ਕਿਆ ਨਹੀਂ ਸਹੀ, ਉਹ ਨਹੀਂ ਸਹੀ, ਉੱਥੇ ਅਸੀਂ ਜ਼ਿੰਮੇਵਾਰ ਹੋ ਜਾਂਦੇ ਹਾਂ। ਇਹਦਾ ਮਤਲਬ ਕਿ ਅਸੀਂ ਚੰਗੇ ਹਾਂ। ਆਪ ਸਮਝੇ ਮੇਰੀ ਗੱਲ ਨੂੰ ਮੈਂ ਕੀ ਕਹਿਣਾ ਚਾਹੁੰਦਾ? ਹਾਂਜੀ ਬਿਲਕੁਲ। ਪਰਮਾਤਮਾ ਦੇ ਕੰਮ ਦੇ ਵਿੱਚ ਆਪਾਂ ਨੁਕਸ ਕੱਢਣ ਲੱਗ ਜਾਂਦੇ ਹਾਂ। ਆਪਾਂ ਇੰਟਰਫੇਰੈਂਸ ਕਰਦੇ ਪਏ ਨੇ ਇਨਡਾਇਰੈਕਟਲੀ। ਮਤਲਬ ਕਹਿਣ ਤੋਂ ਭਾਵ ਹੈ ਕਿ ਜੱਜਮੈਂਟ ਕਰਦੇ ਪਏ ਨੇ। ਕ੍ਰਿਸਚਨਾਂ ਦੇ ਵਿੱਚ ਇੱਕ ਇਹਨਾਂ ਦੀ ਫਰੇਜ਼ ਹੈਗੀ ਆ, ਕਹਿੰਦੇ ਜੇ ਤੂੰ ਕਿਸੇ ਨੂੰ ਜੱਜ ਨਹੀਂ ਨਾ ਕਰਦਾ ਤੇ ਪਰਮਾਤਮਾ ਤੈਨੂੰ ਵੀ ਜੱਜ ਨਹੀਂ ਕਰੂਗਾ। ਇੱਕ ਕਿਹੜੀ ਗੱਲ ਕਹੀ ਨਾ ਕਿ ਤੂੰ ਕਿਸੇ ਨੂੰ ਜਦੋਂ ਜੱਜਮੈਂਟ ਨਹੀਂ ਕਰੇਗਾ, ਜੱਜ ਨਹੀਂ ਹੁੰਦਾ, ਸਹੀ ਗਲਤ ਨਹੀਂ ਠਹਿਰਾਏਗਾ, ਤਾਂ ਪਰਮਾਤਮਾ ਤੈਨੂੰ ਨਹੀਂ ਜੱਜ ਕਰੂ। ਮਤਲਬ ਕਹਿਣ ਤੋਂ ਭਾਵ ਹੈ ਕਿ ਲੋਕਾਂ ਨੂੰ ਜੱਜ ਨਾ ਕਰ। ਉਹਦਾ ਕਾਰਨ ਇਹੋ ਹੀ ਹੈ ਕਿ ਬਾਣੀ ਵੀ ਆਪਣੀ ਉਹ ਕਹਿੰਦੀ ਹਮ ਨਹੀਂ ਚੰਗੇ। ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਚੰਗਾ ਕਹਿ ਰਹੇ ਨਾ, ਬਾਣੀ ਖੁਦ ਬਾਣੀ ਚ ਲਿਖਿਆ ਆਪਸ ਕੋ ਜੋ ਭਲਾ ਕਹਾਵੇ ਨਿਜਾ ਸਭ ਤੋਂ ਬੋਲਦੇ, ਕਿਸੇ ਭਲਾਈ ਨਿਕਟ ਨਾ ਆਵੇ। ਦੇਖ ਲਓ ਬਾਣੀ ਨੇ ਤਸਦੀਕ ਕਰਤਾ। ਬਾਣੀ ਨਹੀਂ ਹਿੱਲਦੀ ਸੀ, ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਮੈਨੂੰ ਪਤਾ ਵਾ ਕਿ ਬਾਣੀ ਕਿੱਥੇ ਕਿੱਥੇ ਕੀ ਕਹਿ ਰਹੀ ਹੈ। ਆਪਣੇ ਆਪ ਨੂੰ ਨੀਚ ਕਹਾਉਣਾ ਵਾ, ਚੰਗਾ ਨਹੀਂ ਕਹਾਉਣਾ। ਕਿਉਂਕਿ ਉਹ ਮਤਲਬ ਇਹ ਨਹੀਂ ਕਿ ਤੁਹਾਡੀ ਨੀਚ ਕਹਿਣ ਦੇ ਨਾਲ ਤੁਸੀਂ ਨੀਚ ਹੋ ਜਾਣਾ ਵਾ, ਬਸ ਜਸਟ ਅੱਛਾ ਤੇ ਹੋਈ ਹੈ। ਕਿਉਂਕਿ ਉਹ ਸੁਕਰਾਤ ਨੇ ਜਦੋਂ ਇਹ ਕਹਿਤਾ ਕਿ ਮੈਨੂੰ ਕੁਛ ਵੀ ਨਹੀਂ ਪਤਾ, ਇਹਦਾ ਮਤਲਬ ਤੁਹਾਨੂੰ ਕਾਫੀ ਪਤਾ, ਪਰ ਉਹਨੂੰ ਆਪਣਾ ਮਤਲਬ ਉਹ ਇੰਨਾ ਭਰ ਗਿਆ ਵਾ ਕਿ ਉਹਨੂੰ ਪਤਾ ਹੀ ਨਹੀਂ ਕਿ ਮਤਲਬ ਫਰਕ ਨਹੀਂ ਪੈਂਦਾ ਕਿ ਮੈਂ ਮਤਲਬ ਇਹੋ ਜਿਹੇ ਲਫ਼ਜ਼ ਵਰਤਾਂ। ਇੱਕ ਬਹੁਤ ਝੂਠੀ ਦਾ ਦਾਰਸ਼ਨਿਕ ਹੈ ਸੁਕਰਾਤ। ਇੱਥੋਂ ਉਸ ਤੋਂ ਬਾਅਦ ਉਸ ਲੈਵਲ ਤੇ ਗਿਆ ਹੀ ਨਹੀਂ ਮੁੜ ਕੇ, ਜਦੋਂ ਚਲਾ ਗਿਆ ਐਸਾ ਬੰਦਾ ਸੀ ਉਹ। ਫਿਰ ਉਹਦੇ ਵਿੱਚ ਹੁਣ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਸਗਲ ਜਮਾਤੀ ਹੈ, ਸਾਰੇ ਸਾਡੇ ਜਮਾਤਾਂ ਜਮਾਤੀ ਹੈ ਯਾਰ। ਆਪਾਂ ਕਹਿੰਦੇ ਨਾ ਮੇਰਾ ਮੁੰਡਾ ਮੇਰਾ ਕਲਾਸ ਫੈਲੋ, ਕਿਤੇ ਮੇਰੇ ਜਿੱਤੇ ਖੁਸ਼ੀ ਹੋਈ, ਨਫ਼ਰਤ ਥੋੜੀ ਕਰੀਏ ਇੱਕ ਦੂਜੇ ਨਾਲ। ਜਮਾਤੀਆਂ ਇਹ ਪਰਮਾਤਮਾ ਦੀ ਕਲਾਸ ਹੈ, ਆਪਾਂ ਸਾਰੇ ਜਮਾਤੀ ਹੈ। ਮਨ ਜੀਤੇ ਜਗਦੀ, ਠੀਕ ਹੈ। ਪਰ ਮਨ ਨੂੰ ਜਿੱਤਣਾ, ਜਗ ਨੂੰ ਜਿੱਤਨੇ ਚੱਲ ਜਾਣਾ। ਜਗ ਨੂੰ ਕੋਈ ਨਹੀਂ ਜਿੱਤ ਸਕਿਆ। ਇੱਕ ਰਾਜਾ ਸੀ ਕਿ ਉਹਨੇ ਸਾਰੀ ਦੁਨੀਆ ਜਿੱਤ ਲਈ। ਜਿਸ ਤੱਕ ਜਦੋਂ ਉਹਦਾ ਰਾਜ ਚੱਲਣ ਦੇ ਬੜੀ ਦੁਨੀਆ ਆਈ ਤੇ ਬੜੀ ਗਏ। ਤੇ ਇਹ ਕੋਈ ਸੰਤ ਹੋ ਗਿਆ ਤੇ ਸੰਤ ਕਹਿੰਦਾ ਕਿ ਰਾਜਨ ਤੂੰ ਇੱਕ ਰਾਜੇ ਨੂੰ ਜਿੱਤਿਆ। ਕਹਿੰਦਾ ਕਿਹੜਾ ਰਾਜਾ? ਕਹਿੰਦਾ ਉਹਦੇ ਰਾਜਾ ਉਹਦੇ 5 ਵਜ਼ੀਰ ਨੇ। ਕਹਿੰਦਾ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਰਾਜੇ ਦਾ ਨਾਂ ਹੈਗਾ ਮਨ।
ਤੂੰ ਰਾਜੇ ਨਾਲ ਪੰਗਾ ਲਿਆ ਕਦੇ? ਹੂੰ ਕਹਿੰਦਾ ਮੈਂ ਤੇ ਜਾਣਦਾ ਨਹੀਂ। ਕਹਿੰਦਾ ਫਿਰ ਤੇਰਾ ਅਸਲੀ ਰਾਜੇ ਨਾਲ ਟਾਕਰਾ ਹੋਇਆ ਹੀ ਨਹੀਂ ਤੇ ਰਾਜੇ ਤੱਕ। ਬਿਲਕੁਲ ਉਹੀ ਹੈ ਜਿੱਤਣ ਵਾਲਾ ਰਾਜਾ, ਉਹਦੇ ਨਾਲ ਤੇ ਗੇਮ ਹੈ ਸਾਰੀ ਆਪਣੀ। ਕਿੱਥੇ ਲੋਕਾਂ ਨਾਲ ਤੇ ਲੜ ਲੜ ਕੇ ਆਪਾਂ એનર્ਜੀ ਵੇਸਟ ਥੋੜੀ ਕਰਨੀ ਆ, ਆਪਾਂ ਆਪਣੇ ਮਨ ਦੇ ਨਾਲ ਫਾਈਟ ਕਰਨੀ ਆ। ਉਹਨੂੰ ਯੁਕਤੀ ਦੇ ਨਾਲ ਹਰਾਉਣਾ ਹੈ ਆਪਾਂ। ਪਰ ਜਿਹੜਾ ਮਨ ਜੀਤੇ ਉਹ ਜੱਗ ਜਿੱਤ ਲੈਂਦਾ। ਬਿਲਕੁਲ ਕਿੰਨੀ ਵੱਡੀ ਗੱਲ ਹੈ। ਉਹ ਤਾਂ ਜੱਗ ਨੂੰ ਜਿੱਤ ਸਕਦੇ ਤੁਸੀਂ। ਮੈਂ ਮਾਂ ਦਾ ਸਿਰ ਚ ਲਿਖਣਾ, ਮੇਰੇ ਘਰ ਦੇ 2 ਬੱਚੇ ਮੇਰਾ ਉਹ ਨਹੀਂ ਕਹਿਣਾ ਮੰਨਦੇ। ਜੱਗ ਨੂੰ ਜਿੱਤਣਾ ਤੇ ਬੜੀ ਵੱਡੀ ਗੱਲ ਆ। ਉਹ ਮੈਡਮ ਨੂੰ ਕਹਾਂ ਤੇ ਉਹ ਕੰਮ ਉਲਟਾ ਕਰੂਗੀ। ਕਹਿਣ ਤੋਂ ਭਾਵ ਹਾਂ ਮੈਂ ਖੁਦ ਕੰਮ ਭਾਵੇਂ ਥੋੜਾ ਬਹੁਤਾ ਜ਼ੋਰ ਲਾ ਕੇ ਕਰ ਲਾਂ, ਕਈ ਵਾਰੀ ਤੇ ਮੈਂ ਵੀ ਆਪ ਵੀ ਗੜਬੜ ਕਰ ਜਾਂਦਾ ਵਾਂ। ਇਹ ਤੂੰ ਮੈਂ ਗਰੰਟੀ ਕਿੱਦਾਂ ਲੈ ਲਾਂ ਡੇਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਜਿੱਤਣ ਜਿਤਾਉਣ ਦੀਆਂ ਗੱਲਾਂ ਤੇ ਬੜੀਆਂ, ਤੁਸੀਂ ਆਪ ਵੇਖੋ ਤੁਹਾਡਾ ਸਰੀਰ ਤੁਹਾਡਾ ਕਹਿਣਾ ਥੋੜੀ ਸਾਰੇ ਮੰਨਦਾ ਵਾ। ਕਈ ਵਾਰੀ ਅੜ ਜਾਂਦਾ ਹੈ। ਤੁਸੀਂ ਨੂੰ ਕਹੋਗੇ ਉੱਠ, ਉਹ ਕਹਿੰਦਾ ਮੈਂ ਨਹੀਂ ਉੱਠਣਾ, ਆਉਣਾ ਮੈਂ ਹੋਰ ਘੰਟਾ। ਕੀ ਕਰ ਲੋਗੇ? ਤੁਸੀਂ ਕਹਿੰਦੇ ਆ ਕਿ ਆ ਪਾਣੀ ਪੀ ਲਾ, ਉਹ ਕਹਿੰਦਾ ਮੈਂ ਕੋਲਡ ਡਰਿੰਕ ਪੀਣੀ। ਲੈ ਕਰੋ ਗੱਲ, ਦੋ ਜਵਾਬ ਇਹਨੂੰ ਡੇਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਤਾਂ ਉਹ ਦੱਸੋ ਇਹਨੂੰ ਕਹੂਗੀ ਉਹ ਆ ਗੁਰਦੁਆਰੇ ਜਾਣਾ, ਉਹ ਕਹਿੰਦਾ ਮੈਂ ਫਿਲਮ ਵੇਖਣੀ। ਕਰੂ ਗੱਲ ਇਹਦੇ ਨਾਲ। ਇਹਦੇ ਨਾਲ ਇਸ ਲਈ ਬਾਣੀ ਕਹਿੰਦੀ ਆ ਮਨ ਜੀਤੇ ਜਗ ਜੀਤ। ਇਹਨੂੰ ਜਿੱਤਣਾ ਆਪਾਂ, ਇਹਨੂੰ ਜਿੱਤਣਾ ਪਰ ਵਿਧੀ ਦੇ ਨਾਲ। ਠੀਕ ਹੈ ਨਿੱਚਰ ਸਾਹਿਬ। ਪਰ ਜਦੋਂ ਆਪਾਂ ਇਹਨੂੰ ਜਿੱਤ ਲਿਆ ਫਿਰ ਜੱਗ ਨੂੰ ਜਿੱਤਣ ਦੀ ਲੋੜ ਨਹੀਂ ਹੈ। ਜੱਗ ਹੀ ਸਾਰਾ ਜੱਗ ਹੀ ਜਿੱਤ ਲਿਆ। ਮਨ ਏਡੀ ਵੱਡੀ ਗੱਲ ਹੈ, ਕੋਈ ਮਾਮੂਲੀ ਚੀਜ਼ ਨਹੀਂ ਹੈ। ਠੀਕ ਹੈ ਨਿੱਚਰ ਸਾਹਿਬ, ਅੱਗੇ ਬੋਲੋ। ਆਦੇਸ਼ ਤਿਸੇ ਆਦੇਸ਼ ਕਹਿੰਦੇ ਭਗਤੀ ਕਰਨੀ ਆ ਮਿੱਤਰਾ, ਤੇ ਪਰਮੇਸ਼ਰ ਦੀ ਭਗਤੀ ਕਰਨੀ ਆ। ਕਿਹੜੇ ਪਰਮੇਸ਼ਰ ਦੀ ਭਗਤੀ ਕਰਨੀ ਆ? ਆਦ, ਜਿਹੜਾ ਆਦ ਤੋਂ ਹੈਗਾ ਸੰਸਾਰ ਦੇ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਤੋਂ ਹੈਗਾ। ਸ੍ਰਿਸ਼ਟੀ ਜਦ ਦੀ ਬਣੀ ਆ ਉਦੋਂ ਤੋਂ ਹੈਗਾ। ਅਨੀਲ, ਅਨੀਲ ਕਹਿੰਦੇ ਪਵਿੱਤਰ, ਬਿਲਕੁਲ ਪਵਿੱਤਰ ਹੈਗਾ। ਉਸ ਤੋਂ ਪਵਿੱਤਰ ਕੋਈ ਨਹੀਂ ਹੈਗਾ। ਅਨਾਦ, ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਸੀਗਾ। ਅਨਾਹਤ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਆਹਤ ਨਹੀਂ ਕਰ ਸਕਦਾ। ਅਨਾਹਤ ਆ। ਉਹਨੂੰ ਕੋਈ ਮਾਲਕ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੈਗਾ। ਔਰ ਉਹਦੀ ਜੀਵਨ ਰੋਹ ਜਿਹੜੀ ਹੈਗੀ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜੀ ਹੈਗੀ ਸਾਰਿਆਂ ਦੇ ਅੰਦਰ ਉਹਦੀ ਜੀਵਨ ਰੋਹ ਚੱਲ ਰਹੀ ਹੈ ਮਾਲਕ ਪਰਮਾਤਮਾ ਦੀ। ਜੁਗ ਜੁਗ ਏਕੋ ਵੇਸ। ਉਹ ਮਾਲਕ ਪਰਮਾਤਮਾ ਜੁਗਾਂ ਜੁਗਾਂ ਤੋਂ ਜਿਹੜਾ ਹੈਗਾ ਉਹ ਅਬਿਨਾਸੀ ਹੈਗਾ, ਉਹ ਸੱਚ ਹੈਗਾ, ਉਹ ਹਮੇਸ਼ਾ ਇੱਕੋ ਵੇਸ ਦਾ ਹੈ, ਇੱਕੋ ਵੇਸ ਦੇ ਵਿੱਚ ਹੈਗਾ ਮਾਲਕ ਪਰਮਾਤਮਾ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਇਹ ਸਮਝੇ ਰਹੀ ਹੈ ਆਦੇਸ਼ ਜਿੱਤੇ ਆਦੇਸ਼। ਆਦ ਅਨਿਲ ਅਨਾਦ, ਅਨਾਦ ਜੁਗ ਜੁਗ ਇੱਕੋ ਵੇਸ। ਠੀਕ ਹੈ। ਹਾਂਜੀ। ਇੱਕੋ ਵੇਸ ਦਾ ਮਤਲਬ ਹੁੰਦਾ ਹੈ ਕਿ ਵੇਸ ਨਹੀਂ ਬਦਲਦਾ। ਆਤਮਾ ਦਾ ਕੋਈ ਵੇਸ ਥੋੜੀ ਹੋ, ਇੱਕੋ ਤੇ ਵੇਸ ਹੈ ਉਹਦਾ। ਆਤਮਾ ਦਾ ਕੋਈ ਵੇਸ ਨਹੀਂ। ਦੇਖੋ ਪਰਮਾਤਮਾ, ਪਰਮ ਆਤਮਾ 2 ਅੱਖਰਾਂ ਤੋਂ ਬਣਿਆ। ਠੀਕ ਹੈ ਜੀ ਸਾਹਿਬ? ਬਿਲਕੁਲ। ਪਰਮ ਤੇ ਆਤਮਾ, ਪਰਮਾਤਮਾ। ਇਹ ਪਰਮਾਤਮਾ ਦੀ ਗੱਲ ਕਰਦੇ ਨੇ। ਉਹ ਆਤਮਾ ਦਾ ਕੋਈ ਵੇਸ ਨਹੀਂ ਹੈਗਾ, ਇੱਕੋ ਤੇ ਵੇਸ ਹੈ ਉਹਦਾ। ਔਰ ਵੇਸ ਐਸਾ ਹੈ ਕਿ ਸਾਰਿਆਂ ਨੂੰ ਕਵਰ ਕੀਤਾ ਹੈ। ਵੇਸ ਜਿਹੜਾ ਨਾ ਗੁਰਕੀ ਸਾਹਿਬ, ਇਹ ਜਿਹੜਾ ਨਾ ਉਹਦਾ ਹੁਕਮ ਵੀ ਕਹਿ ਸਕਦੇ ਹਾਂ ਆਪਾਂ। ਉਹਦਾ ਹੁਕਮ ਇੱਕੋ ਜਿਹਾ ਹਮੇਸ਼ਾ ਤੋਂ। ਹਾਂ, ਇੱਕੋ ਹੀ ਵੇਸ ਹੈ ਉਹਦਾ। ਹੁਕਮ ਤੇ ਨਿੱਜਰ ਸਭ ਇੱਕੋ ਹੀ ਹੈ। ਉਹ ਸ਼ਕਤੀ ਦੇ ਕਰਕੇ ਤਾਂ ਆਪਾਂ ਸਾਰੇ ਉਹਦੇ ਮਤਲਬ ਉਹਦੇ ਕਰਕੇ ਤੇ ਹੀ ਜਾਗ ਰਹੇ ਹਾਂ। ਬਿਲਕੁਲ। ਪ੍ਰਕਾਸ਼ ਤੇ ਉੱਥੇ ਹੀ ਆਉਂਦੇ ਨੇ। ਇੱਕੋ ਹੀ ਦਾ ਵੇਸ ਉਹ ਹੁਕਮ ਤੇ ਉਹਦਾ ਹੀ ਹੈ ਕਿ ਜਿਹੜਾ ਵੀ ਜੋ ਵੀ ਕੀੜੇ ਮਕੌੜੇ ਹੈਗੇ ਆ, ਅਸਲ ਲਾਈਟ ਉੱਥੇ ਮਿਲਦੀ ਨਾ ਉਹਨਾਂ ਨੂੰ। ਬੱਤੀ ਭਾਵੇਂ ਜਿੱਥੋਂ ਮਰਜ਼ੀ ਆਉਂਦੀ ਆ, ਬਲਬ ਤੇ ਤਾਂ ਹੀ ਜਗਣ ਦਿਆ ਵਾ ਕਿਉਂਕਿ ਉਹ ਬੱਤੀ ਕਦੋਂ ਆਉਂਦੀ। ਤੇ ਅਨਾਹਤ ਦਾ ਮਤਲਬ ਹੁੰਦਾ ਵਾ ਕਿ ਅਨਾਹਤ ਹੁੰਦਾ ਆਹਦ। ਹਾਂ, ਜਿੱਦਾਂ ਡਰਮ ਤੇ ਹੱਥ ਮਾਰਿਆ ਤੇ ਆਵਾਜ਼ ਆਈ। ਅਨਾਹਤ ਦਾ ਮਤਲਬ ਬਗੈਰ ਆਹਤ, ਜਿਹਨੂੰ ਪੈਦਾ ਕਰਨ ਵਾਲਾ, ਜਿਹਨੂੰ ਕੋਈ ਪੈਦਾ ਨਹੀਂ ਕਰਨ ਵਾਲਾ। ਬਿਨਾਂ ਇੱਕ ਤੇ ਆਹਤ ਹੁੰਦਾ ਨਾ, ਮੈਂ ਡਰਮ ਤੇ ਹੱਥ ਮਾਰਿਆ ਤੇ ਆਵਾਜ਼ ਆਈ ਤਬਲੇ ਦੀ। ਅਨਾਹਤ ਦਾ ਮਤਲਬ ਕਿ ਉਹ ਬਿਨਾਂ ਮਾਰੇ ਜਿਹੜਾ ਚੀਜ਼ ਪ੍ਰਗਟ ਆ। ਉਹਦਾ ਮਤਲਬ ਕਹਿਣ ਤੋਂ ਭਾਵ ਇਹ ਬਾਣੀ ਤੇ ਕਹਿ ਰਹੀ ਹੈ ਨਿੱਜਰ ਸਾਹਿਬ ਇਹੋ ਜਿਹਾ ਕੋਈ ਕੁਝ ਹੋਰ ਬਣਦਾ। ਅਨਾਹਤ ਦਾ ਮਤਲਬ ਹੈ ਵੀ ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਬਿਲਕੁਲ ਸਹੀ ਹੈ ਤੁਹਾਡੀ ਗੱਲ। ਹਾਂ, ਮਤਲਬ ਅਨਾਹਤ ਦਾ ਮਤਲਬ ਨਿੱਜਰ ਸਾਹਿਬ ਵੈਸੇ ਤਾਂ ਉਹੀ ਹੈ ਨਾ ਕਿ ਜਿਹਨੂੰ ਪੈਦਾ ਕਰਨ ਵਾਲਾ ਨਹੀਂ ਤੇ ਨਾਸ਼ ਕਰਨ ਵਾਲਾ ਵੀ ਨਾ ਹੋਊਗਾ। ਹਾਂ,
ਜਿੱਦਾਂ ਆਪਾਂ ਵੇਖੋ ਆਹ ਦਾ ਮਤਲਬ ਹੈ ਕਿ ਮੈਂ ਡਰਮ ਤੇ ਹੱਥ ਮਾਰੇ ਤੇ ਆਵਾਜ਼ ਆਈ ਨਹੀਂ ਆਹ ਦਾ ਜਿਹੜੀ ਮੈਂ ਮਾਰੀ ਨਹੀਂ ਤਾਂ ਆਪਣੇ ਆਪ ਹੀ ਆਉਂਦੀ ਤੇ ਫਿਰ ਇਹਦਾ ਮਤਲਬ ਕਿ ਉਹ ਮੇਰੇ ਕੰਟਰੋਲ 'ਚ ਨਹੀਂ ਹੈਗੀ। ਆਹ ਦਾ ਜਿਹੜਾ ਨਾ ਇੱਕ ਹੋਰ ਸੰਸਕ੍ਰਿਤ ਮੀਨਿੰਗ ਹੈਗਾ ਕਿਸੇ ਨੂੰ ਜਿਹੜਾ ਹੈਗਾ ਆਘਾਤ ਪਹੁੰਚਾਉਣਾ, ਕਿਸੇ ਨੂੰ ਜਿਹੜਾ ਹੈਗਾ ਚੋਟ ਪਹੁੰਚਾਉਣੀ, ਆਹਤ। ਹਾਂਜੀ, ਤੇ ਉਹਨੂੰ ਕੋਈ ਚੋਟ ਦਾ ਮਤਲਬ ਹੈ ਕਿ ਆਪਾਂ ਕੋਈ ਵੀ ਟਨਕੋਰ ਮਾਰਦੇ, ਤੁੰਗੀ ਤੁੰਗਲ ਮਾਰਦੇ ਆ, ਗਿਟਾਰ ਵਜਾਉਂਦੇ ਆ ਤਾਂ ਆਹਤ ਕੀ ਹੁੰਦਾ ਨਾ, ਉਹ ਸਾਰਾ ਇੰਸਟਰੂਮੈਂਟ ਮੈਂ ਹਾਰਮੋਨੀਅਮ ਬਿਲਕੁਲ ਜਿਹੜਾ ਕਿਰਿਆ ਦਾ ਰਿਜ਼ਲਟ ਹੈ। ਠੀਕ ਹੈ, ਆਦ ਅਨਿਲ ਅਨਾਦ ਤੇ ਬਸ ਦੇਖ ਲਓ ਆਦੇਸ਼ ਦੀ ਇਹਦੀ ਉਤਲੀ ਤੋਂ ਮੈਨੂੰ ਦੁਬਾਰਾ ਸਮਝਾ ਦਿਓ। ਆਦੇਸ਼ ਤੇ ਆਦੇਸ਼, ਆਦੇਸ਼ ਤੇ ਆਦੇਸ਼ ਉਸ ਮਾਲਕ ਨੂੰ ਜਿਹੜਾ ਹੈਗਾ ਉਸ ਨੂੰ ਉਹਦੀ ਭਗਤੀ ਕਰਨੀ ਆ, ਉਹਨੂੰ ਪ੍ਰਣਾਮ ਕਰਨਾ ਹੈ, ਉਹਨੂੰ ਜਿਹੜਾ ਹੈਗਾ ਨਮਸਕਾਰ ਕਰਨੀ ਆ, ਜਿਹੜਾ ਕਿ ਆਦ ਤੋਂ ਹੈਗਾ, ਜਿਹੜਾ ਸੰਸਾਰ ਬਣਨ ਦੇ ਸ਼ੁਰੂ ਤੋਂ ਹੈਗਾ, ਜਦ ਦੀ ਸੰਸਾਰ ਬਣਿਆ ਉਦੋਂ ਦਾ ਹੈਗਾ। ਅਨੀਲ ਕਹਿੰਦੇ ਆ ਪਵਿੱਤਰ, ਬਹੁਤ ਜ਼ਿਆਦਾ ਪਵਿੱਤਰ ਜਿਹੜਾ ਹੈਗਾ, ਸ਼ੁੱਧ ਹੈਗਾ। ਜਿਹੜਾ ਅਨਾਦ ਮਤਲਬ ਜਿਹੜਾ ਹੈਗਾ ਇਹ ਸੰਸਾਰ ਨਹੀਂ ਸੀਗਾ ਤੇ ਉਸ ਤੋਂ ਪਹਿਲਾਂ ਵੀ ਸੀਗਾ, ਤੇ ਅਨਾਹਤ ਮਤਲਬ ਜਿਹੜਾ ਹੈਗਾ ਉਹ ਨਾਸ ਰਹਿਤ ਹੈਗਾ, ਜੁਗਾਂ ਜੁਗਾਂ ਤੋਂ ਇੱਕੋ ਜਿਹਾ ਉਹਦਾ ਡਿਸਿਪਲਿਨ ਹੈਗਾ। ਹਾਂਜੀ ਬਿਲਕੁਲ ਠੀਕ ਹੈ। ਉਹ ਜਿੱਥੇ ਆਪਾਂ ਨੂੰ ਇਹ ਕਲੀਅਰਲੀ ਸਮਝਾ ਰਹੇ ਨੇ ਕਿ ਅਸੀਂ ਭਗਤੀ ਕਿਹਦੀ ਕਰਨੀ। ਹਾਂ, ਇਹਦੇ ਵਿੱਚ ਕੋਈ ਮੂਰਤੀ ਦੀ ਗੱਲ ਨਹੀਂ ਕਰ ਰਹੇ, ਬਿਲਕੁਲ ਕਲੀਅਰ ਹੈ। ਇੱਕ ਤੇ ਉਹ ਕਹਿੰਦੇ ਕਿ ਯੁਗਾਂ ਤੋਂ ਆ, ਯੁੱਗ ਵੀ ਬਾਅਦ ਚ ਆਏ, ਉਹ ਪਹਿਲਾਂ ਸੀ। ਇੱਕ ਅਨਿਲ ਆ, ਪਵਿੱਤਰ ਆ, ਸਾਡਾ ਆਦ ਆ, ਅਨਾਦੀ ਆ, ਕਿ ਉਹਨੂੰ ਕੋਈ ਪੈਦਾ ਕਰਨ ਵਾਲਾ ਸ਼ਕਤੀ ਨਹੀਂ ਹੈਗੀ। ਇਹ ਮਤਲਬ ਰੂਪ ਨਾ ਰੰਗ ਨਾ ਰੇਖ, ਉਸ ਸ਼ਕਤੀ ਦੀ ਗੱਲ ਕਰਦੇ, ਆਤਮਾ ਦੀ ਗੱਲ ਕਰਦੇ। ਠੀਕ ਹੈ ਨਿਜਲ ਸਾਹਿਬ? ਬਿਲਕੁਲ ਵਧੀਆ। ਉਹ ਯੁਗ ਇੱਕੋ ਵੇਸ, ਉਹਦਾ ਜੁਗਾਂ ਤੋਂ ਉਹਦਾ ਇੱਕੋ ਹੀ ਵੇਸ ਹੈ। ਆਤਮਾ ਚ ਪਰਿਵਰਤਨ ਨਹੀਂ ਹੁੰਦਾ, ਪ੍ਰਕਿਰਤੀ ਚ ਪਰਿਵਰਤਨ ਹੁੰਦਾ ਹੈ। ਦੇਖੋ ਆਪ ਨਾ ਪ੍ਰਕਿਰਤੀ ਦੇ ਰੰਗ ਬਦਲਦੇ ਨੇ, ਇਹਦਾ ਮੌਸਮ ਨਹੀਂ ਬਦਲਦਾ, ਕਿਤੇ ਪਤਝੜ ਆ ਜਾਂਦੀ ਹੈ, ਕਿਤੇ ਬਰਸਾਤ ਆ ਜਾਂਦੀ ਹੈ। ਇਹ ਪ੍ਰਕਿਰਤੀ ਦੇ ਗੁਣ ਨੇ। ਪਰਲੋ ਵੀ ਆਉਣੀ ਹੈ, ਮਹਾਪਰਲੋ ਸ੍ਰਿਸ਼ਟੀ ਦੀ ਰਚਨਾ ਹੋਣੀ ਹੈ, ਪ੍ਰਕਿਰਤੀ ਚ ਹੁੰਦੀ ਹੈ, ਪਰਮਾਤਮਾ ਚ ਆਤਮਾ ਚ ਨਹੀਂ ਹੁੰਦੀ, ਕਿਉਂਕਿ ਉਹਦਾ ਇੱਕੋ ਹੀ ਵੇਸ ਹੈ। ਯੁਗਾਂ ਤੋਂ ਇੱਕੋ ਹੀ ਵੇਸ, ਔਰ ਕਿसी निर्विचार समाधि जो उसे ही शक्ति ਨੂੰ ਅਨੁਭਵ ਕਰ ਰਹੇ। ਠੀਕ ਹੈ ਨਾ ਜਸਾ? ਹਾਂਜੀ। ਤੇ ਹੋਰ ਲੈਣਾ ਇੱਕ, ਨਹੀਂ ਤਾਂ ਮੈਂ ਤਾਂ ਕਹਿੰਦਾ ਇੱਥੇ ਅੱਜ ਇੱਥੇ ਸਮਾਪਤ ਕਰੀਏ ਨੇ ਜਸਾ। ਫਿਰ ਉਹ ਬਿਲਕੁਲ ਠੀਕ ਹੈ। ਇੱਕ ਨਾ ਗੋਰਖੀ ਸਾਹਿਬ, ਇੱਕ ਨਾ ਮੈਨੂੰ ਮੈਂ ਭੁੱਲ ਜਾਣਾ, ਇੱਕ ਨਾ ਹਰਲੀਨ ਕਰਕੇ ਯੰਗ ਲੇਡੀ ਹੈਗੀ, ਉਹਦੀ ਅਰਦਾਸ ਕਰਨੀ ਆਪਾਂ ਨੇ। ਉਹਨੂੰ ਕੀਮੋਥੈਰੇਪੀ ਜਿਹੜੇ ਦੇ ਰਹੇ ਤੇ ਉਹ ਆਖਰੀ ਹੈਗੀ ਅੱਜ, ਤੇ ਮਹਾਰਾਜ ਮਿਹਰ ਕਰਨ ਜਿਹੜਾ ਹੈਗਾ ਧਿਆਨ ਸਿਮਰਨ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਤੰਦਰੁਸਤ ਕਰ ਦੇਣ। ਬਸ ਇਹ ਅਰਦਾਸ ਕਰ ਹਰਲੀਨ ਕੌਰ, ਇੱਕ ਅੱਜ ਰਾਤ ਵੀ ਕਰਨੀ, ਗੁਰਲੀਨ ਕੌਰ ਵੀ ਕਰਨੀ ਹੈ। ਗੁਰਲੀਨ ਕੌਰ, ਹਾਂਜੀ ਗੁਰਲੀਨ ਕੌਰ। ਹਾਂਜੀ, ਉਹਨਾਂ ਦੇ ਲਾਸਟ ਕੀਮੋਥੈਰੇਪੀ ਅੱਜ ਤੇ ਸੰਗਤ ਦੇ ਵਿੱਚ ਕਿੱਥੇ ਪ੍ਰੋਬਲਮ ਸੀ ਉਹਨਾਂ ਨੂੰ? ਸਰੀਰ ਦੇ ਕਿਹੜੇ ਅੰਗ ਚ? ਮੈਂ ਉਹਨਾਂ ਨੂੰ ਪ੍ਰੋਬਲਮ ਕਿੱਥੇ ਸੀ ਉਹਨਾਂ ਨੂੰ? ਆਵਾਜ਼ ਆ ਰਹੀ? ਨਹੀਂ, ਕੈਂਸਰ ਕਿੱਥੇ ਸੀਗਾ ਉਹਨਾਂ ਨੂੰ? ਕੈਂਸਰ ਪੁੱਛ ਰਹੇ। ਉਹਨਾਂ ਨੂੰ ਪ੍ਰੋਬਲਮ ਕਿਹੜੇ ਸਰੀਰ ਦੇ ਕਿਹੜੇ ਅੰਗ ਚ ਸੀ? ਇਹਨਾਂ ਨੂੰ ਸ਼ਾਇਦ ਚਲੋ ਕੋਈ ਗੱਲ ਨਹੀਂ, ਆਵਾਜ਼ ਨਹੀਂ ਜਾ ਰਹੀ। ਕੋਈ ਗੱਲ ਨਾ ਨਾ। ਤੇ ਸਾਧ ਸੰਗਤ ਜੀ, ਅੱਜ ਦੀ ਬਾਣੀ ਜਿਹੜੀ ਆਪਾਂ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਨੇ, ਗੱਲਾਂ ਕਰਨਾ ਕੋਈ ਜ਼ਰੂਰੀ ਨਹੀਂ ਹੈਗਾ। ਉਹ ਕਹਾਣੀ ਇੱਧਰ ਉੱਧਰ ਦੀਆਂ ਤਾਂ ਕੀਤੀਆਂ ਜਾਂਦੀਆਂ ਕਿਉਂਕਿ ਗੱਲਾਂ ਜਿਹੜੀਆਂ ਨਾ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਣ, ਤੁਹਾਡੇ ਦਿਮਾਗ 'ਚ ਗਹਿਰੀਆਂ ਚੱਲ ਜਾਣ। ਇਹ ਲਫ਼ਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਇੱਧਰ ਉੱਧਰੋਂ ਪੜ੍ਹੇ, ਗੱਲ ਸਮਝਾਉਣ ਦਾ ਤਰੀਕਾ ਹੁੰਦਾ। ਪਾਣੀ ਦਾ ਗਲਾਸ ਲੈ ਆ, ਮੇਨ ਮਕਸਦ ਹੁੰਦਾ ਪਾਣੀ ਪੀਣ ਦਾ। ਗਲਾਸ ਕਿੱਦਾਂ ਲਿਆਂਦਾ, ਕਿਹਨੇ ਲਿਆਂਦਾ, ਕਦੋਂ ਲਿਆਂਦਾ, ਪਲਾਸਟਿਕ ਦਾ ਸੀ ਕਿ ਲੋਹੇ ਦਾ ਸੀ ਕਿ ਕੱਚ ਦਾ ਸੀ, ਇਹ ਮੈਟਰ ਨਹੀਂ ਕਰਦਾ। ਮੇਨ ਮੈਟਰ ਕਰਦਾ ਹੈ ਸਾਡਾ ਜਿਹੜਾ ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਨਾ। ਲਫ਼ਜ਼ ਜਿਹੜੇ ਨੇ ਕੇਵਲ ਜਸਟ ਟੈਂਪਰੇਰੀ ਇੱਕ ਯੂਜ਼ ਕਰਨ ਵਾਲੀ ਗੱਲ ਹੁੰਦੀ ਆ, ਉਹ ਕੋਈ ਏਦਾਂ ਨਹੀਂ ਹੁੰਦਾ, ਇੰਪੋਰਟੈਂਟ ਨਹੀਂ ਹੁੰਦਾ। ਜਿੱਦਾਂ ਦੇਖੋ ਨਾ ਲੈਂਟਰ ਜਦੋਂ ਆਪਾਂ ਬਣਾਉਂਦੇ ਹਾਂ, ਕਈ ਲੋਕ ਟੀਨਾਂ ਵਰਤ ਲੈਂਦੇ ਨੇ, ਸ਼ੀਟਾਂ ਵਰਤਦੇ, ਕਈ ਪਲਾਈ ਵਰਤ ਲੈਂਦੇ ਨੇ, ਕਈ ਲੱਕੜ ਦੇ ਨਾਲ ਵੀ ਲੈਂਟਰ ਪਾ ਲੈਂਦੇ, ਕਈ ਪੱਟੀਆਂ ਵਰਤ ਲੈਂਦੇ। ਮਤਲਬ ਹੁੰਦਾ ਹੈ ਲੈਂਟਰ ਪਾਉਣਾ। ਜਿੱਦਾਂ ਪਾਇਆ ਉਹ ਏਡਾ ਇੰਪੋਰਟੈਂਟ ਨਹੀਂ ਹੁੰਦਾ। ਪ੍ਰੋਗਰੈਸ ਕੀ ਹੋਈ ਉਹ ਇਵੇਂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਅੱਜ
ਦੋ ਤਿੰਨ ਗੱਲਾਂ ਸਮਝਾਈਆਂ। ਇੱਕ ਤੇ ਸੰਯੋਗ ਦੀ ਗੱਲ, ਸੰਤੋਖ ਦੀ ਗੱਲ ਕੀਤੀ ਹੈ ਕਿ ਸੰਤੋਖ ਰੂਪੀ ਮੁਦਰਾ ਕੰਨਾਂ 'ਚ ਪਾਉਣੀਆਂ ਨੇ। ਉਸ ਤੋਂ ਬਾਅਦ ਜਿਹੜੀ ਧਿਆਨ ਦੀ ਵਿਭੂਤੀ ਮਲਣੀ ਆਪਣੇ ਕਾਰਨ ਸਰੀਰ ਦੇ ਉੱਪਰ, ਆਪਣੇ ਅੰਦਰ, ਤਾਂ ਜੋ ਅਸੀਂ ਔਗਣਾਂ ਤੋਂ ਮੁਕਤ ਹੋ ਜਾਈਏ। ਤੇ ਧਿਆਨ ਜਿਹੜਾ ਹੈ ਉਹ ਆਪਣਾ ਇਕਾਗਰ ਕਰਨਾ ਹੈ, ਉਹ ਆਪਾਂ ਕਰ ਰਹੇ ਹਾਂ। ਉਸ ਤੋਂ ਬਾਅਦ ਮਨ ਜੀਤੇ ਦੀ ਗੱਲ ਕੀਤੀ ਉਹਨਾਂ ਨੇ, ਤੇ ਮਨ ਤੇ ਆਪਾਂ ਜਿੱਤ ਹੀ ਰਹੇ ਹਾਂ। ਹੁਣ ਪਹਿਲੇ ਵਰਗਾ ਮਨ ਥੋੜੀ ਰਹਿ ਗਿਆ, ਜਿੱਦਾਂ ਆਪਾਂ ਪਹਿਲਾਂ ਚੱਲੇ ਸੀ। ਕਾਫੀ ਸੁਧਰਿਆ ਉਹ ਵਿਚਾਰਾ, ਤੇ ਪ੍ਰੋਗਰੈਸ ਹੈਗੀ। ਮੈਂ ਤੇ ਕਹਿੰਦਾ ਵਾਂ ਭਾਵੇਂ 1 ਰੁਪਏ ਦੀ ਵੀ ਕਮਾਈ ਹੋ ਰਹੀ ਹੈ ਨਾ, ਉਹ ਵੀ ਕਮਾਈ ਆ। ਸਾਡੇ ਜੀਵਨ 'ਚ ਇੱਕ ਗੁਣ ਵੀ ਆ ਗਿਆ ਤਾਂ ਬਹੁਤ ਵੱਡੀ ਗੱਲ ਹੈ, ਕਿਉਂਕਿ ਇੱਕ ਵਾਰੀ ਪ੍ਰੋਗਰੈਸ ਹੋਣ ਡੈ ਪਏ ਨਾ ਤਾਂ ਫਿਰ ਅੱਗੇ ਟਾਈਮ ਨਹੀਂ ਲੱਗਦਾ। ਪਹਿਲੀ ਪ੍ਰੋਗਰੈਸ ਜਿਹੜੀ ਹੋਣੀ ਹੈ ਉਹ ਸਭ ਤੋਂ ਜ਼ਿਆਦਾ ਔਖੀ। ਜਿੱਥੋਂ ਬੱਚਾ ਸਕੂਲੇ ਚੱਲ ਜਾਂਦਾ ਨਾ, ਮੇਨ ਹੁੰਦਾ ਬੱਚਾ ਨਾ ਐਡਮਿਸ਼ਨ ਨਹੀਂ ਲੈਂਦਾ। ਇਹ ਇੱਕ ਜਿਹੜੀ ਜੀਵਨ ਦੀ ਸਭ ਤੋਂ ਵੱਡੀ ਇੱਕ ਪ੍ਰੋਬਲਮ ਹੈ, ਬੱਚਾ ਐਡਮਿਸ਼ਨ ਨਹੀਂ ਲੈਂਦਾ ਸਕੂਲੇ ਜੀਵ। ਪਰ ਜਦੋਂ ਜੀਵ ਐਡਮਿਸ਼ਨ ਲੈ ਲੈਂਦਾ ਨਾ ਤੇ ਫਿਰ ਕੰਮ ਸ਼ੁਰੂ ਹੋ ਜਾਂਦਾ। ਫਿਰ ਕੋਈ ਮੁਸ਼ਕਿਲ ਨਹੀਂ ਹੈਗੀ, ਕਿਉਂਕਿ ਇਹਨੇ ਪਾਸ ਹੋਣਾ ਹੀ ਹੋਣਾ। ਕਿਉਂਕਿ ਉੱਥੇ ਤੁਹਾਨੂੰ ਕਲਾਸ ਫੈਲੋ ਮਿਲ ਜਾਂਦੇ ਨੇ, ਜਮਾਤੀ ਮਿਲ ਜਾਂਦੇ ਨੇ, ਔਰ ਫਿਰ ਉਹਨਾਂ ਨੂੰ ਵੇਖ ਕੇ ਉਹ ਰੀਸ ਕਰਦਾ ਆਟੋਮੈਟਿਕ। ਜਿਹੜਾ ਖਰਬੂਜੇ ਨੂੰ ਖਰਬੂਜਾ ਵੇਖ ਕੇ ਰੰਗ ਪੜਦਾ ਨਾ, ਇਸ ਲਈ ਬਾਣੀ ਚ ਖਾਸ ਕਰਕੇ ਕਿਹਾ ਗਿਆ ਕਿ ਸੰਗਤ ਦੇ ਵਿੱਚ ਜਾਣਾ ਹੈ, ਔਰ ਸੰਗਤ ਚ ਪ੍ਰਮਾਤਮਾ ਆਪ ਵਸਦਾ ਹੈ ਤੇ ਰੰਗਤ ਆ ਜਾਂਦੀ ਹੈ। ਇਹ ਗੱਲ ਨੂੰ ਮੈਂ ਬੜੀ ਚੰਗੀ ਤਰ੍ਹਾਂ ਦੇਖਦਾ ਹਾਂ ਕਿ ਮੈਂ ਤੁਹਾਨੂੰ ਦੱਸੂਗਾ। ਮੈਂ ਆਪਣੇ ਜੀਵਨ ਦਾ ਇੱਕ ਅਸਲੀ ਘਟਨਾ, ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਅਸੀਂ ਨਾ ਧਰਨਾ ਦਿੱਤਾ ਸੀ, ਸਾਡੇ ਲੱਗਣਾ ਡੰਪ ਸੀ ਉਹ ਕੂੜੇ ਦਾ ਡੰਪ, ਤੇ ਉੱਥੇ ਨਾ ਆਂਟੀਆਂ ਉਂਟੀਆਂ ਮੇਰਾ ਕਹਿਣਾ ਮੰਨ ਜਾਂਦੀਆਂ ਨਹੀਂ। ਤੇ ਚਲੋ ਅਸੀਂ ਧਰਨਾ ਦਿੱਤਾ ਤੇ ਸਾਰੇ ਮੈਂ ਸੱਦ ਲਿਆਂਦੇ। ਕਈ ਬਜ਼ੁਰਗ ਵੀ ਆ ਗਈਆਂ ਜਿਹੜੀਆਂ ਚੱਲਦੀਆਂ ਨਹੀਂ, ਉਹ ਵੀ ਬਹਿ ਗਈਆਂ ਸਾਡੇ ਲਾਗੇ। ਚਲੋ ਗੱਲਾਂ ਗੁੱਲਾਂ ਕੀਤੀਆਂ, ਉਹ ਜੋਚ ਆ ਗਈਆਂ ਸਾਰੀਆਂ ਨੇ ਜੋ ਸਭ। ਚਲੋ ਮੈਂ ਵੀ ਤੇ ਆਪਾਂ ਨਾ ਏਦਾਂ ਕਰੀਏ ਕਿ ਕਾਰਪੋਰੇਸ਼ਨ ਦੇ ਦਫ਼ਤਰ ਦਾ ਘਰਾਓ ਕਰਨਾ। ਉਹ ਨਾ ਸਾਰੀਆਂ ਮੇਰੇ ਨਾਲ ਤੁਰ ਪਈਆਂ, ਬੰਦੇ 200-250 ਬੰਦੇ ਹੋ ਗਏ। ਉਹ ਇੰਨਾ ਜੋਸ਼ ਆ ਗਿਆ ਨਜ਼ਰ ਸਾਹਿਬ ਉਹਨਾਂ ਚ, ਪਤਾ ਨਹੀਂ ਕਿੱਥੋਂ ਆ ਗਿਆ। ਉੱਥੋਂ ਤੱਕ ਚੱਲ ਗਈਆਂ, ਉਹ ਤੇ ਤੁਰ ਕੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ। ਮੁੜ ਕੇ ਕਹਿਣਾ ਉੱਥੇ ਜਾ ਕੇ ਕਹਿੰਦੀ ਕਰਨਗੀ ਤੇ ਵਾਪਸ ਕਿੱਦਾਂ ਜਾਣਾ। ਮੈਂ ਤੇ ਤੁਰ ਕੇ ਤੇ ਚੱਲ ਜਾ ਵਾਪਸ। ਕਹਿੰਦੀ ਉੱਥੋਂ ਦੀ ਜੋਸ਼ ਆ ਗਈਆਂ ਇੱਥੇ, ਹੁਣ ਤੇ ਸਾਨੂੰ ਫਿਰ ਅਕਸ਼ੇ ਰੂਸ਼ੇ ਤੇ ਭੇਜ ਟੈਂਪੂ ਟੂਪ ਤੇ ਭੇਜ ਆਈ ਕਿਤੇ ਨਾ ਤੁਰੇ। ਉਹ ਕਹਿਣ ਤੋਂ ਭਾਵ ਹੈ ਕਿ ਨਿੱਜਰ ਸਾਹਿਬ ਐਨਰਜੀ ਸੰਗਤ ਦੇ ਵਿੱਚ ਕਿੰਨੀ ਐਨਰਜੀ ਆ ਗਈ ਨਾ। ਉਹ ਕਹਿੰਦੀਆਂ ਪੁੱਤ ਹੀ ਕਿੰਨੀ ਨਾ ਤੁਰੀਆਂ ਨਹੀਂ ਤੇ 12-13 ਕਿਲੋਮੀਟਰ ਘੱਟੋ ਘੱਟ, ਪਰ ਜੋਸ਼ ਆ ਗਈਆਂ। ਸੰਗਤ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਸੰਗਤ ਵਿੱਚ ਜਾਣਾ। ਸੰਗਤ ਵੀ ਕੀ ਹੁੰਦਾ, ਬੰਦਾ ਇੱਕ ਬਹਿ ਜੇ, ਉਹਨੂੰ ਹੌਸਲਾ ਦੇਣ ਲਈ ਬੜੇ ਬੈਠੇ ਹੁੰਦੇ, ਕੋਈ ਨਹੀਂ ਚੱਲ ਚੱਲੀਏ ਆਪਾਂ ਇਕੱਠੇ ਆ। ਇਕੱਲਾ ਤੇ ਇਕੱਲਾ ਹੀ ਹੁੰਦਾ। 2-11 ਹੋ ਜਾਂਦੇ ਆ, 3 ਹੋ ਜਾਂਦੇ, 1 ਤੋਂ 11 ਹੋ ਜਾਂਦੇ। ਇਹ ਕੁਦਰਤ ਦਾ ਨਿਯਮ ਹੈ। ਸੰਗਤ ਦੇ ਵਿੱਚ ਰਿਹਾ ਕਰੋ, ਉੱਥੋਂ ਗਿਆਨ ਮਿਲਦਾ। ਤੇ ਉਹ ਕੰਮ ਦੀ ਚੀਜ਼ ਮਿਲਦੀ, ਚੁੱਕ ਲਈ, ਜੇ ਨਹੀਂ ਪਸੰਦ ਤੇ ਛੱਡ।